ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅੱਜ ਜੋ ਅਸੀਂ ਸ਼ਬਦ ਲਿੱਤਾ ਹੈ, ਚੌਥੀ ਪਾਤਸ਼ਾਹੀ ਜੀ ਦਾ ਉਚਾਰਿਆ ਹੋਇਆ ਸ਼ਬਦ ਹੈ ਸੂਹੀ ਰਾਗ ਵਿੱਚ। ਗੁਰੂ ਸੁੰਦਰ ਮੋਹਨ ਪਾਏ ਕਰੇ, ਹਰ ਪ੍ਰੇਮ ਬਾਣੀ ਮਨ ਮਾਰਿਆ। ਜਦੋਂ ਸੰਗਤ ਜੀ ਸੋਹਣੇ ਗੁਰੂ ਦੇ ਦਰਸ਼ਨ ਹੁੰਦੇ ਨੇ, ਜਿਸ ਤਰ੍ਹਾਂ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਉਮਰ ਤੇ ਬਾਲ ਅਵਸਥਾ ਸੀ, ਉਹਨਾਂ ਦੀ ਛੋਟੀ ਉਮਰ ਸੀ, ਔਰ ਛੋਟੀ ਉਮਰ ਦੇ ਵਿੱਚ ਉਹਨਾਂ ਨੂੰ ਗੁਰਤਾ ਗੱਦੀ ਮਿਲ ਗਈ ਸੀ। ਤੇ ਸੰਗਤ ਜੀ, ਚਿਹਰਾ ਇੰਨਾ ਨੂਰਾਨੀ ਸੀ ਉਹਨਾਂ ਦਾ, ਮੂੰਹ ਤੇ ਇੰਨਾ ਨੂਰ ਸੀ, ਐਨੇ ਸੁੰਦਰ ਦਸਤਾਰ ਸਜਾਉਂਦੇ ਸੀ, ਉਹ ਦਸਤਾਰ ਉੱਤੇ ਕਲਗੀ ਸਜਾਉਂਦੇ ਸੀ, ਤੇ ਜਿਹੜਾ ਵੀ ਉਹਨਾਂ ਦੇ ਦਰਸ਼ਨ ਕਰਦਾ ਸੀ ਨਾ, ਉਹ ਨਿਹਾਲ 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 ਹੋ ਜਾਂਦਾ ਸੀ। ਸੰਗਤ ਜੀ, ਉਹਨਾਂ ਨੂੰ ਦੇਖ ਕੇ, ਗੁਰੂ ਸਾਹਿਬਾਨ ਦੇ ਦਰਸ਼ਨ ਕਰਕੇ ਉਹਨਾਂ ਦੇ ਮਨ 'ਚ ਠੰਡ ਪੈ ਜਾਂਦੀ ਸੀ। ਅਸੀਂ ਵੀ ਸੰਗਤ ਜੀ ਜਦੋਂ ਗੁਰਦੁਆਰੇ ਜਾਂਦੇ ਆ, ਅਸੀਂ ਜਦੋਂ ਜਿਸ ਤਰ੍ਹਾਂ ਹੀ ਗੁਰਦੁਆਰੇ 'ਚ ਐਂਟਰ ਕਰਦੇ ਆ, ਸਾਨੂੰ ਇੱਕ ਅਜੀਬ ਜਿਹਾ ਸਿਦਕ ਮਿਲਦਾ ਹੈ, ਇੱਕ ਸਾਡੇ ਮਨ 'ਚ ਸ਼ਾਂਤੀ ਮਿਲਦੀ ਹੈ। ਅਸੀਂ ਸਾਰੇ ਆਪਣੇ ਘਰ ਦੇ, ਅਸੀਂ ਸਾਰੇ ਦੁੱਖ ਸੁੱਖ ਅਸੀਂ ਭੁੱਲ ਜਾਂਦੇ ਆ ਜਦੋਂ ਅਸੀਂ ਵਾਹਿਗੁਰੂ ਦੇ ਘਰ 'ਚ ਜਾਂਦੇ ਆ। ਚਾਹੇ ਤੇ ਕਹਿ ਲੋ ਉਹ ਪੋਜ਼ਿਟਿਵ એનર્ਜੀ ਹੈ, ਚਾਹੇ ਕਹਿ ਲੋ ਉਹ ਗੁਰੂ ਸਾਹਿਬਾਨ ਦੀ ਬਖਸ਼ਿਸ਼ ਹੈ, ਚਾਹੇ ਉਹ ਇੱਕ ਪਰਮ ਸ਼ਕਤੀ ਦਾ ਪਰਮ ਸ਼ਕਤੀ ਹੈ। ਸੰਗਤ ਜੀ, ਜੋ ਮਰਜੀ ਸਮਝ ਲਓ, ਪਰ ਉਹ ਗੁਰੂ ਦਾ ਘਰ ਹੈ, ਉੱਥੇ ਬਾਣੀ ਪੜੀ ਜਾਂਦੀ ਹੈ 24 ਘੰਟੇ। ਤੇ ਇਸ ਲਈ ਉਹ ਜਿਹੜੀ ਬਾਣੀ ਹੁੰਦੀ ਹੈ, ਉਹ ਹਿਰਦੇ ਵਿੱਚ ਪ੍ਰਵੇਸ਼ ਕਰਦੀ ਹੈ, ਤੇ ਇਸ ਲਈ ਉਹ ਬਾਣੀ ਜੋ ਗੁਰੂ ਦਾ ਰੂਪ ਹੈ, ਬਾਣੀ ਗੁਰੂ ਹੈ, ਬਾਣੀ ਜੋ ਬਾਣੀ ਗੁਰੂ ਦਾ ਰੂਪ ਹੈ, ਉਹ ਜਦੋਂ ਸਾਡੇ ਹਿਰਦੇ ਵਿੱਚ ਪ੍ਰਵੇਸ਼ ਕਰਦੀ ਹੈ ਤੇ ਸਾਨੂੰ ਬਹੁਤ ਸਕੂਨ ਮਿਲਦਾ ਹੈ। ਤੇ ਇਹ ਸ਼ਬਦ ਗੁਰੂ ਸੁੰਦਰ ਮੋਹਨ ਪਾਏ ਕਰੇ, ਕਿ ਜਦੋਂ ਮੈਨੂੰ ਆਪਣੇ ਸੋਹਣੇ, ਆਪਣੇ ਸੁੰਦਰ, ਆਪਣੇ ਮਨਮੋਹਕ, ਮੈਨੂੰ ਜਦੋਂ ਗੁਰੂ ਮੈਨੂੰ ਮਿਲਿਆ, ਇੰਨਾ ਸੋਹਣਾ, ਇੰਨਾ ਸੁੰਦਰ ਜਦੋਂ ਮੈਨੂੰ ਗੁਰੂ ਮਿਲਿਆ, ਤੇ ਹਰ ਪ੍ਰੇਮ ਬਾਣੀ ਮਨ ਮਾਰਿਆ, ਕਿ ਉਹਦੇ ਪ੍ਰੇਮ ਨੇ ਮੇਰਾ ਹਿਰਦੇ ਭਰ ਦਿੱਤਾ। ਅਸੀਂ ਕਹਿੰਦੇ ਆ ਨਾ, ਉਹਦੇ ਪਿਆਰ ਦੇ ਤੀਰ ਵੱਜ ਗਏ। ਸ਼ਬਦਾਂ ਦੇ ਤੀਰ ਵੀ ਹੁੰਦੇ ਨੇ, ਜੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜ਼ਫਰਨਾਮੇ ਦੇ ਵਿੱਚ ਸ਼ਬਦਾਂ ਦੇ ਤੀਰ ਔਰੰਗਜ਼ੇਬ ਨੂੰ ਮਾਰੇ ਸੀ। ਸ਼ਬਦਾਂ ਦੇ ਤੀਰ ਵੀ ਹੁੰਦੇ ਨੇ, ਪ੍ਰੇਮ ਦੇ ਤੀਰ ਵੀ ਹੁੰਦੇ ਨੇ, ਕ੍ਰੋਧ ਦੇ ਤੀਰ ਵੀ ਹੁੰਦੇ ਨੇ, ਤੇ ਇਹ ਜਿਹੜੇ ਬਾਣੀ ਦੇ ਤੀਰ, ਇਹ ਜੋ ਬਾਣੀ ਨੇ ਮੇਰਾ ਮਨ, ਮੇਰਾ ਹਿਰਦੇ ਇਹ ਵਿੰਨ ਦਿੱਤਾ, ਇਹ ਮੇਰਾ ਹਿਰਦੇ ਭਰ ਦਿੱਤਾ ਬਾਣੀ ਨੇ, ਪ੍ਰੇਮ ਦੇ ਬਾਣਾ ਨੇ। ਔਰ ਫਿਰ ਗੁਰੂ ਨੂੰ ਵੇਖ ਕੇ, ਪਿਆਰੇ ਗੁਰੂ ਨੂੰ ਵੇਖ ਕੇ ਸੰਗਤ ਜੀ, ਜਦੋਂ ਅਸੀਂ ਸੁਧ ਬੁੱਧ ਆਪਣੀ ਗਵਾ ਲੈਂਦੇ ਆ, ਅਗਲੀ ਪੰਕਤੀ ਹੈ, ਮੇਰੇ ਹਿਰਦੇ ਸੁਧ ਬੁੱਧ ਵਿਸਰ ਗਈ, ਕਿ ਜਦੋਂ ਮੈਂ ਆਪਣੇ ਗੁਰੂ ਦੇ ਦਰਸ਼ਨ ਕੀਤੇ, ਜਦੋਂ ਮੈਨੂੰ ਮੇਰਾ ਸੋਹਣਾ ਸੁੰਦਰ ਗੁਰੂ ਮਿਲਿਆ, ਮੈਂ ਉਹਦੇ ਦਰਸ਼ਨ ਕੀਤੇ, ਤੇ ਕੀ ਹੋਇਆ ਕਿ ਮੈਂ ਆਪਣੀ ਸੁਧ ਬੁੱਧ ਵਿਸਰ ਗਈ, ਮੈਂ ਆਪਣੀ ਸੁਧ ਬੁੱਧ ਮੈਨੂੰ ਭੁੱਲ ਗਈ। ਔਰ ਫਿਰ ਕੀ ਹੋਇਆ, ਮਨ ਆਸਾ ਚਿੰਤ ਵਿਸਾਰਿਆ, ਮੇਰੇ ਮਨ ਦੇ ਵਿੱਚੋਂ ਸਾਰੀਆਂ ਚਿੰਤਾਵਾਂ, ਮੇਰੀਆਂ ਸਾਰੀਆਂ ਆਸ਼ਾਵਾਂ, ਤ੍ਰਿਸ਼ਨਾਵਾਂ, ਦੁੱਖ, ਇਹ ਸਾਰੀਆਂ ਮੇਰੇ ਮਨ ਦੇ ਵਿੱਚੋਂ ਨਿਕਲ ਗਈਆਂ, ਇਹ ਵਿਸਰ ਗਈਆਂ, ਤੇ ਮੈਂ ਅੰਤਰ ਵੇਦਨ ਪ੍ਰੇਮ ਕੀ। ਹੁਣ ਸੰਗਤ ਜੀ, ਵੇਦਨਾ ਵੀ ਕਈ ਵਾਰੀ ਖੁਸ਼ੀ 'ਚ ਆਂਸੂ ਆ ਜਾਂਦੇ ਨੇ ਅੱਖਾਂ 'ਚੋਂ, ਦੁੱਖ ਨਾਲ ਤੇ ਸੰਗਤ ਜੀ ਅੱਖਾਂ 'ਚ ਹੰਝੂ ਆਂਦੇ ਹੀ ਆਂਦੇ ਨੇ, ਪਰ ਖੁਸ਼ੀ ਦੇ ਵਿੱਚ ਵੀ ਆਂਦੇ ਨੇ। ਜਦੋਂ ਬਹੁਤ ਭਗਤੀ ਸਭ ਕਰਦੇ ਨੇ, ਜਦੋਂ ਜਿਹੜਾ ਭਗਤ ਬਹੁਤ ਭਗਤੀ ਕਰਦਾ ਹੈ, ਉਹਨੂੰ ਵਿਰਾਗ ਆ ਜਾਂਦਾ ਹੈ, ਇੱਕ ਪ੍ਰਭੂ ਨੂੰ ਮਿਲਣ ਦਾ ਵਿਰਾਗ ਵੀ ਹੁੰਦਾ, ਇੱਕ ਕਿ ਅਸੀਂ ਪ੍ਰਭੂ ਦੇ ਕਦੋਂ ਦਰਸ਼ਨ ਕਰਾਂਗੇ, ਇੱਕ ਉਹਦੇ ਵਿਛੋੜੇ ਦਾ ਵਿਰਾਗ ਹੁੰਦਾ ਹੈ ਕਿ ਮੈਨੂੰ ਪ੍ਰਭੂ ਮਿਲ ਕਿਉਂ ਨਹੀਂ ਰਿਹਾ, ਇੱਕ ਖੁਸ਼ੀ ਦਾ ਵੀ ਚਾਅ ਹੁੰਦਾ ਹੈ ਕਿ ਮੈਂ ਆਪਣੇ ਪ੍ਰਭੂ ਨੂੰ ਮਿਲਣਾ ਹੈ।
मैं अंतर वेदन प्रेम की, कि मेरे अंदर ना ये जड़ी प्रेम दी पीड़ा उठी हुई है ना, कि हे वाहिगुरु मैं तेरे दर्शन कदों करांगा, हे वाहिगुरु हे बाबा जी मैं तुहाडे दर्शन कदों करांगी। दुख गुर देखत मन साधारिया, और फिर ए गुरु नु वेख के, जिद्दां धन धन गुरु हरकृष्ण साहिब पातशाह नु देख के सारियां दे मनां दे विच ठंडक पै जांदी सी। ਉਹਨਾਂ ਦਾ ਰੂਪ, ਕਿਉਂਕਿ ਉਹਨਾਂ ਦੀ ਅਵਸਥਾ ਬਾਲ ਅਵਸਥਾ ਸੀ ਸੰਗਤ ਜੀ। ਔਰ ਬਾਲ ਅਵਸਥਾ ਦੇ ਵਿੱਚ ਇੱਕ ਇਮੇਜਿਨ ਕਰੋ, ਜਦੋਂ ਅਸੀਂ ਕਿਸੇ ਛੋਟੇ ਬੱਚੇ ਨੂੰ ਵੇਖਦੇ ਹਾਂ ਕਿ ਕੋਈ ਕ੍ਰਿਸ਼ਨ, ਜਦੋਂ ਅਸੀਂ ਫੈਂਸੀ ਡਰੈਸ ਚ ਦੇਖਦੇ ਹਾਂ ਕਿ ਬੱਚੇ, ਛੋਟੇ ਛੋਟੇ ਬੱਚੇ ਜਦੋਂ ਤਿਆਰ ਹੁੰਦੇ ਨੇ ਕਿੰਨੇ ਸੋਹਣੇ ਲੱਗਦੇ ਨੇ, ਉਹ ਤੇ ਫਿਰ ਗੁਰੂ ਸਨ ਸੰਗਤ ਜੀ। ਉਹ ਗੁਰੂ ਸੀ। ਗੁਰੂ ਜਦੋਂ, ਗੁਰੂ ਦੇ ਮੁਖੜੇ ਦੇ ਉੱਤੇ ਨੂਰ ਹੀ ਅਲੱਗ ਹੁੰਦਾ ਹੈ। ਫਿਰ ਉਹ ਦਸਤਾਰ ਬਹੁਤ ਸੁੰਦਰ ਸਜਾਉਂਦੇ ਸੀ, ਕਲਗੀ ਸਜਾਉਂਦੇ ਸੀ, ਔਰ ਇੰਨੇ ਸੋਹਣੇ ਬਸਤਰ, ਕਦੀ ਗੁਲਾਬੀ ਰੰਗ ਦੇ ਕਦੀ ਸਫੇਦ ਰੰਗ ਦੇ ਬਸਤਰ ਧਾਰਨ ਕਰਦੇ ਸੀ। ਛੋਟੇ ਛੋਟੇ ਹੱਥ ਪੈਰ ਸੀ ਉਹਨਾਂ ਦੇ। ਤੇ ਸੰਗਤ ਜੀ, ਤੇ ਗੁਰੂ ਨੂੰ ਦੇਖ ਕੇ ਜਿੱਦਾਂ ਸਾਰੀ ਸੰਗਤ ਮੋਹਿਤ ਹੋ ਜਾਂਦੀ ਸੀ ਨਾ, ਤੇ ਉਸ ਤਰ੍ਹਾਂ ਹੀ ਗੁਰੂ ਨੂੰ ਵੇਖ ਕੇ ਗੁਰ ਦੇਖਤ ਮਨ ਸਾਧਾਰਿਆ, ਕਿ ਗੁਰੂ ਨੂੰ ਦੇਖ ਕੇ ਮੇਰੇ ਮਨ ਦੇ ਵਿੱਚ ਸਿਦਕ ਆ ਗਿਆ, ਮੇਰੇ ਮਨ ਦੇ ਵਿੱਚ ਠੰਡਕ ਪੈ ਗਈ, ਮੈਨੂੰ ਸ਼ੀਤਲਤਾ ਪ੍ਰਾਪਤ ਹੋਈ। ਤੇ ਵੱਡ ਭਾਗੀ ਪ੍ਰਭ ਆਏ ਮਿਲ, हे ਵਾਹਿਗੁਰੂ ਮੇਰੇ ਭਾਗ ਜਗਾ ਦੇ ਵਾਹਿਗੁਰੂ, हे ਮੇਰੇ ਵਾਹਿਗੁਰੂ ਮੈਨੂੰ ਇੰਨਾ ਭਾਗਾਂ ਵਾਲਾ ਬਣਾ ਦੇ ਕਿ ਮੈਂ ਆਪ ਜੀ ਦੇ ਦਰਸ਼ਨ ਕਰ ਸਕਾਂ। ਵੱਡ ਭਾਗੀ ਪ੍ਰਭ ਆਏ ਮਿਲ, ਮੈਂ ਭਾਗਾ ਵਾਲਾ ਹੋਵਾਂਗਾ ਤੇ ਮੈਨੂੰ ਵਾਹਿਗੁਰੂ ਦੇ ਦਰਸ਼ਨ ਪ੍ਰਾਪਤ ਹੋਣਗੇ ਨਾ ਸੰਗਤ ਜੀ। ਤੇ ਕਹਿੰਦੇ ਮੈਨੂੰ ਮੇਰੇ ਇੰਨੇ ਭਾਗ ਜਗਾ ਕਿ ਮੈਨੂੰ ਆਪਣੇ ਦਰਸ਼ਨ ਦੇ, ਮੈਨੂੰ ਆ ਕੇ ਮਿਲ। ਤੇ ਇਹ ਫਿਰ ਕਹਿੰਦੇ ਨੇ ਮਿਲ ਜਨ ਨਾਨਕ ਖਿਨ ਖਿਨ ਵਾਰਿਆ, ਕਿ हे ਵਾਹਿਗੁਰੂ ਮੈਂ ਤੇਰੇ ਉੱਤੋਂ ਬਲਿਹਾਰ ਜਾਨਾ ਹਾਂ, ਬਾਰ ਬਾਰ ਵਾਰੀ ਜਾਨਾ ਹਾਂ ਕਿ ਮੈਨੂੰ ਤੂੰ ਆ ਕੇ ਦਰਸ਼ਨ ਦੇ, ਤੂੰ ਮੈਨੂੰ ਮਿਲਦਾ ਹੈ ਤੇ ਮੇਰੇ ਹਿਰਦੇ ਦੇ ਵਿੱਚ ਠੰਡ ਪੈਂਦੀ ਹੈ, ਮੈਨੂੰ ਬਹੁਤ ਸ਼ਾਂਤੀ ਪ੍ਰਾਪਤ ਹੁੰਦੀ ਹੈ, ਮੇਰਾ ਮਨ ਖਿੜਿਆ ਰਹਿੰਦਾ ਹੈ। ਨਾਨਕ ਭਗਤਾ ਸਦਾ ਵਿਗਾਸ। ਤੇ ਸੰਗਤ ਜੀ ਇਹ ਛੋਟਾ ਜਿਹਾ ਸ਼ਬਦ ਅੱਜ ਕਰਾਂਗੇ। ਬਾਅਦ ਚੋਂ ਅਸੀਂ ਕਰ ਰਹੇ ਸੀ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਸਾਖੀ ਕਰ ਰਹੇ ਸੀ, ਜਦੋਂ ਉਹ ਪੰਜੋਖੜਾ ਸਾਹਿਬ ਤੋਂ 2 ਕੌਤਕ ਕਰਕੇ, ਇੱਕ ਤੇ ਕੌਤਕ ਕਰਦੇ ਨੇ ਨਿਸ਼ਾਨ ਸਾਹਿਬ ਵਾਲਾ, ਦੂਸਰਾ ਕੌਤਕ ਕਰਦੇ ਨੇ ਜਦੋਂ ਛੱਜੂ ਚੀਬਰ ਤੋਂ ਉਹ ਗੀਤਾ ਦੇ ਅਰਥ ਕਰਵਾਉਂਦੇ ਨੇ। ਤੇ ਸੰਗਤ ਜੀ ਇਹ ਜਦੋਂ 2 ਇਹ ਕੌਤਕ ਹੁੰਦੇ ਨੇ, ਔਰ ਫਿਰ ਪੰਡਤ ਜੀ ਦਾ ਹੰਕਾਰ ਵੀ ਟੁੱਟ ਜਾਂਦਾ ਹੈ। ਜਦੋਂ ਪੰਡਤ ਜੀ ਦਾ ਹੰਕਾਰ ਟੁੱਟਦਾ ਨਾ ਸੰਗਤ ਜੀ, ਪੰਡਤ ਜੀ ਵੀ ਬੜੇ ਭਾਗਾਂ ਵਾਲੇ ਸੀ। ਬੇਸ਼ੱਕ ਉਹ ਤਰਕਵਾਦੀ ਸੀ, ਪਰ ਉਹਨਾਂ ਦਾ ਤਰਕ ਵੀ ਉਹਨਾਂ ਨੂੰ ਗੁਰੂ ਦੇ ਨੇੜੇ ਲੈ ਗਿਆ। ਉਹਨਾਂ ਦੇ ਤਰਕ ਨੇ ਵੀ ਉਹਨਾਂ ਦਾ ਉਧਾਰ ਕਰ ਦਿੱਤਾ, ਉਹਨਾਂ ਦੇ ਤਰਕ ਨੇ ਵੀ ਉਹਨਾਂ ਨੂੰ ਗੁਰੂ ਦਾ ਸਿੱਖ ਬਣਾ ਦਿੱਤਾ। ਔਰ ਐਸੇ ਉਹ ਫਿਰ ਗੁਰੂ ਦੇ ਸਿੱਖ ਬਣੇ ਕਿ ਉਹ ਫਿਰ ਗੁਰੂ ਦੇ ਸਿੱਖਾਂ ਨੂੰ, ਕਿਉਂਕਿ ਵਿਦਵਾਨ ਤੇ ਉਹ ਸੀਗੇ ਹੀ, ਤੇ ਗੁਰੂ ਦੇ ਸਿੱਖਾਂ ਨੂੰ ਵੀ ਉਹ ਫਿਰ ਪੜਾਇਆ ਕਰਦੇ ਸੀ ਸੰਗਤ ਜੀ। ਅੱਗੇ ਚੱਲ ਕੇ ਉਹ ਗੁਰੂ ਦੇ ਸਿੱਖਾਂ ਨੂੰ ਉਹ ਸਿੱਖਿਆ ਦਿੰਦੇ ਹੁੰਦੇ ਸੀ, ਉਹਨਾਂ ਨੂੰ ਪੜ੍ਹਾਉਂਦੇ ਹੁੰਦੇ ਸੀ। ਤੇ ਜਦੋਂ ਪੰਡਤ ਜੀ ਦਾ ਹੰਕਾਰ ਟੁੱਟ ਗਿਆ, ਫਿਰ ਉਸ ਤੋਂ ਬਾਅਦ ਉੱਥੇ ਲੰਗਰ ਵਰਤਾਇਆ ਗਿਆ। ਲੰਗਰ ਵਰਤਾਇਆ ਗਿਆ ਤੇ ਪਾਤਸ਼ਾਹ ਨੇ ਫਿਰ ਕਿਹਾ ਕਿ ਅਸੀਂ ਹੁਣ ਰਾਤ ਇੱਥੇ ਹੀ ਰੁਕਾਂਗੇ। ਤੇ ਦਿਨ ਚੜਿਆ ਤੇ ਪਾਤਸ਼ਾਹ ਤਿਆਰ ਹੋ ਗਏ, ਦੀਵਾਨ ਸਜਿਆ। ਦੀਵਾਨ ਸੱਜਣ ਤੋਂ ਬਾਅਦ ਪਾਤਸ਼ਾਹ ਨੇ ਕਿਹਾ ਕਿ ਹੁਣ ਅਸੀਂ ਪੰਡਤ ਜੀ ਤੁਸੀਂ ਹੁਣ ਇੱਥੇ ਰਹੋ, ਹੁਣ ਅਸੀਂ ਅੱਗੇ ਨੂੰ ਜਾਣਾ ਹੈ। ਤੇ ਪੰਡਤ ਜੀ ਕਹਿੰਦੇ ਪਾਤਸ਼ਾਹ ਮਸਾਂ ਤੇ ਮੈਨੂੰ ਪੂਰਾ ਗੁਰੂ ਮਿਲਿਆ ਹੈ, ਔਰ ਹੁਣ ਤੁਸੀਂ ਮੈਨੂੰ ਇੱਥੇ ਛੱਡ ਕੇ ਜਾਣਾ ਚਾਹੁੰਦੇ ਹੋ। ਪਾਤਸ਼ਾਹ ਇਹ ਵਿਛੋੜਾ ਹੁਣ ਮੈਂ ਨਹੀਂ ਸਹਿ ਸਕਦਾ, ਪਾਤਸ਼ਾਹ ਮੈਨੂੰ ਆਗਿਆ ਬਖਸ਼ੋ, ਮੈਂ ਆਪ ਜੀ ਦੇ ਨਾਲ ਹੀ ਰਹਿਣਾ ਚਾਹੁੰਦਾ ਹਾਂ। ਤੇ ਗੁਰੂ ਸਾਹਿਬਾਨ ਨੇ ਕਿਹਾ ਕਿ ਨਹੀਂ ਪੰਡਤ ਜੀ ਤੁਸੀਂ ਇੱਥੇ ਹੀ ਰਹੋ, ਤੁਸੀਂ ਜੋ ਕਰਮ ਕਰ ਰਹੇ ਹੋ ਤੁਸੀਂ ਇੱਥੇ ਹੀ ਬੈਠ ਕੇ ਕਰੋ। ਪਰ ਉਹਨਾਂ ਦੇ ਬਾਰ-ਬਾਰ ਕਹਿਣ ਤੇ ਨਹੀਂ ਪਾਤਸ਼ਾਹ ਮੈਨੂੰ ਆਗਿਆ ਬਖਸ਼ੋ, ਮੈਂ ਵੀ ਆਪ ਜੀ ਦੇ ਨਾਲ ਜਾਣਾ ਚਾਹੁੰਦਾ।
ਉਹ ਵੀ ਪਾਤਸ਼ਾਹ ਦੇ ਨਾਲ ਉੱਥੋਂ ਤੁਰ ਪਏ ਦਿੱਲੀ ਆਉਣ ਵਾਸਤੇ। ਔਰ ਸੰਗਤ ਜੀ, ਇੱਕ ਤੇ ਪਹਿਲਾਂ ਪਾਤਸ਼ਾਹ ਦੇ ਨਾਲ ਕੀਰਤਪੁਰ ਤੋਂ ਹੀ ਕਾਫੀ ਸੰਗਤਾਂ ਆ ਰਹੀਆਂ ਸੀ, ਉਹਨਾਂ ਦੇ ਆਪਣੇ ਹਾਥੀ ਘੋੜੇ ਕਿੰਨੇ ਆ ਰਹੇ ਸੀ, ਉਹਨਾਂ ਦੇ ਸਿੱਖ ਸੇਵਕ ਕਿੰਨੇ ਆ ਰਹੇ ਸੀ। ਫਿਰ ਜੋ ਜੈ ਸਿੰਘ ਦਾ ਜੋ ਦੂਤ ਗਿਆ ਸੀ ਪ੍ਰਧਾਨ ਮੰਤਰੀ, ਉਹ ਵੀ ਕਈ ਜਾਣੇ ਨਾਲ ਲੈ ਕੇ ਗਿਆ ਸੀ, ਉਹ ਵੀ ਆਪਣੀਆਂ ਫੌਜਾਂ, ਆਪਣੇ ਸੇਵਕ, ਆਪਣੇ ਹਾਥੀ ਘੋੜੇ, ਕਿਉਂਕਿ ਰਾਜਾ ਨੇ ਬਹੁਤ ਸਾਰੇ ਪਾਲਕੀਆਂ ਹਾਥੀ ਘੋੜੇ ਪਾਤਸ਼ਾਹ ਵਾਸਤੇ ਭੇਜੇ ਸੀ, ਉਹ ਵੀ ਨਾਲ ਆ ਰਿਹਾ ਸੀ ਆਪਣਾ ਪੂਰਾ ਲਾਮ ਲਸ਼ਕਰ ਲੈ ਕੇ। ਹੁਣ ਇੱਥੋਂ ਪੰਜੋਕੜਾ ਸਾਹਿਬ ਦੀ ਸੰਗਤ ਵੀ ਪਾਤਸ਼ਾਹ ਦੇ ਨਾਲ ਤੁਰ ਪਈ, ਪੰਡਤ ਜੀ ਵੀ ਤੁਰ ਪਏ। ਹੁਣ ਇੰਨੇ ਸਾਰੇ ਜਾਣੇ ਅੱਗੇ ਅੱਗੇ ਪਾਤਸ਼ਾਹ ਪਾਲਕੀ ਚ ਬੈਠੇ ਹੋਏ ਨੇ ਸੰਗਤ ਜੀ। ਪਾਲਕੀ ਦੇ ਦੋਨੋਂ ਤਰਫ ਚੌਰ ਸਾਹਿਬ ਹੋ ਰਹੇ ਨੇ। ਪਾਲਕੀ ਦੇ ਅੱਗੇ ਇੱਕ ਨਗਾਰਾ ਵਜਾਉਣ ਵਾਲਾ ਨਗਾਰਾ ਵਜਾ ਰਿਹਾ ਹੈ, ਔਰ ਇੱਕ ਨਗਾਰੇ ਤੋਂ ਪਿੱਛੇ ਪਾਤਸ਼ਾਹ ਦੀ ਪਾਲਕੀ ਦੇ ਅੱਗੇ ਇੱਕ ਨਕੀਬ ਕਹਿੰਦੇ ਆ ਸੇਵਕ ਨੂੰ ਸੰਗਤ ਜੀ, ਜੋ ਕਿ ਉੱਚੀ ਉੱਚੀ ਨਗਾਰੇ ਤੋਂ ਬਾਅਦ ਬੋਲਦਾ ਹੈ ਕਿ ਸਾਵਧਾਨ ਹੋ ਜਾਓ, ਹੁਣ ਸਾਡੇ ਸੱਚੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆ ਰਹੇ ਨੇ, ਸਾਰੀਆਂ ਸੰਗਤਾਂ ਸਾਵਧਾਨ ਹੋ ਜਾਓ। ਤੇ ਸੰਗਤ ਜੀ, ਅੱਗੇ ਨਗਾਰੇ ਵਾਲਾ, ਪਿੱਛੇ ਨਕੀਬ, ਉਸ ਤੋਂ ਪਿੱਛੇ ਪਾਲਕੀ ਪਾਤਸ਼ਾਹ ਦੀ, ਪਾਲਕੀ ਦੇ ਦੋਨੋਂ ਪਾਸਿਆਂ ਤੇ ਚਵਰ ਸਾਹਿਬ ਹੋ ਰਿਹਾ ਹੈ, ਪਿੱਛੇ ਪਾਤਸ਼ਾਹ ਦੇ ਸਿੱਖ, ਉਸ ਤੋਂ ਪਿੱਛੇ ਸਾਰੀਆਂ ਸੰਗਤਾਂ, ਘੋੜੇ, ਹਾਥੀ, ਸੇਵਕ, ਫੌਜਾਂ, ਬਹੁਤ ਵੱਡਾ ਸੰਗਤ ਜੀ, ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਨਗਰ ਕੀਰਤਨ। ਤੇ ਸੰਗਤ ਜੀ, ਇਹ ਹੌਲੀ 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 ਚੱਲ ਰਹੇ ਨੇ, ਤੇ ਅੱਗੇ ਨਗਾਰੇ ਵਾਲਾ ਨਗਾਰਾ ਵਜਾ ਰਿਹਾ ਹੈ ਔਰ ਸਾਰਿਆਂ ਨੂੰ ਸਤਰਕ ਕਰ ਰਿਹਾ ਹੈ ਨਕੀਬ ਕਿ ਸਾਵਧਾਨ ਹੋ ਜਾਓ। ਤੇ ਸੰਗਤ ਜੀ, ਰਸਤੇ ਦੇ ਵਿੱਚ ਜਿਹਦੇ ਵੀ ਕੰਨਾਂ 'ਚ ਆਵਾਜ਼ ਪਹੁੰਚਦੀ ਹੈ ਕਿ ਪਾਤਸ਼ਾਹ ਇੱਥੋਂ ਦੀ ਆ ਰਹੇ ਨੇ, ਸਾਵਧਾਨ ਹੋ ਜਾਓ, ਉੱਥੇ ਹੀ ਸੰਗਤਾਂ ਹੱਥ ਜੋੜ ਕੇ ਗੁਰੂ ਸਾਹਿਬਾਨ ਦੇ ਇੰਤਜ਼ਾਰ ਵਾਸਤੇ ਖੜੀਆਂ ਹੋ ਜਾਂਦੀਆਂ ਨੇ ਕਿ ਇਧਰੋਂ ਪਾਤਸ਼ਾਹ ਲੰਘਣਗੇ ਤੇ ਅਸੀਂ ਪਾਤਸ਼ਾਹ ਦੇ ਦਰਸ਼ਨ ਦੀਦਾਰੇ ਕਰਾਂਗੇ। ਤੇ ਸਾਰੇ ਜਦੋਂ ਪਾਲਕੀ ਲੰਘਦੀ ਹੈ ਤੇ ਸਾਰੀਆਂ ਸੰਗਤਾਂ ਦਰਸ਼ਨ ਕਰਦੀਆਂ ਨੇ, ਤੇ ਇੱਕ ਪਾਤਸ਼ਾਹ ਦੇ ਸਿੱਖ ਪਾਤਸ਼ਾਹ ਦੇ ਕੋਲ ਜਾਂਦੇ ਨੇ, ਕਹਿੰਦੇ ਨੇ, ਪਾਤਸ਼ਾਹ ਆਪ ਜੀ ਦੇ ਸੰਗਤਾਂ ਦਰਸ਼ਨ ਦੀਦਾਰੇ ਕਰ ਰਹੀਆਂ ਨੇ ਰਸਤੇ ਵਿੱਚ, ਤੇ ਤੁਸੀਂ ਕਿਰਪਾ ਕਰਕੇ ਪਾਤਸ਼ਾਹ ਆਪਣੀ ਪਾਲਕੀ ਦੇ ਪਰਦੇ ਹਟਾ ਦਿਓ। ਤੇ ਪਾਤਸ਼ਾਹ ਨੇ ਕਿਹਾ ਠੀਕ ਹੈ। ਪਾਤਸ਼ਾਹ ਆਪਣੀ ਪਾਲਕੀ ਦੇ ਪਰਦੇ ਹਟਾ ਦਿੰਦੇ ਨੇ, ਤੇ ਅੰਦਰ ਬੈਠੇ ਹੋਏ ਨੇ ਪਾਤਸ਼ਾਹ ਪਾਲਕੀ ਦੇ ਵਿੱਚ। ਸੰਗਤ ਜੀ, ਅੱਖਾਂ ਬੰਦ ਕਰਕੇ ਅਸੀਂ ਅਗਰ ਸੋਚੀਏ, ਪਾਲਕੀ ਸੁਨਹਿਰੇ ਰੰਗ ਦੀ ਪਾਲਕੀ ਵਿੱਚ ਪਾਤਸ਼ਾਹ ਬੈਠੇ ਹੋਏ ਨੇ, ਸਿਰ ਤੇ ਦਸਤਾਰ ਸਜਾਈ ਹੋਈ ਹੈ, ਦਸਤਾਰ ਉੱਤੇ ਕਲਗੀ ਸਜਾਈ ਹੋਈ ਹੈ, ਪਾਤਸ਼ਾਹ ਦੇ ਛੋਟੇ ਛੋਟੇ ਹੱਥਾਂ ਦੇ ਵਿੱਚ ਛੜੀ ਹੈ, ਔਰ ਜਦੋਂ ਚਿੱਤ ਪਾਤਸ਼ਾਹ ਦਾ ਕਰਦਾ ਹੈ, ਪਾਤਸ਼ਾਹ ਵਿੱਚ ਛੜੀ ਘੁਮਾਉਂਦੇ ਨੇ, ਔਰ ਅੱਗੇ ਅੱਗੇ ਨਗਾਰਾ ਵੱਜ ਰਿਹਾ ਹੈ। ਪਾਲਕੀ ਦੇ ਦੋਨੋਂ ਪਾਸੇ ਚਵਰ ਸਾਹਿਬ ਚਵਰ ਦੀ ਸੇਵਾ ਕਰ ਨਿਭਾ ਰਹੇ ਨੇ, ਪਾਤਸ਼ਾਹ ਜਾ ਰਹੇ ਨੇ, ਔਰ ਜਿੱਧਰ ਪਾਤਸ਼ਾਹ ਜਾਂਦੇ ਨੇ, ਸੰਗਤਾਂ ਦਰਸ਼ਨ ਦੀਦਾਰੇ ਕਰਦੀਆਂ, ਪਾਤਸ਼ਾਹ ਸਾਰਿਆਂ ਨੂੰ ਖੁੱਲੇ ਦਰਸ਼ਨ ਦਿੰਦੇ ਨੇ। ਜੋ ਸੇਵਾ ਭੇਟਾ ਉਹ ਪਾਤਸ਼ਾਹ ਨੂੰ ਪਾਤਸ਼ਾਹ ਦੇ ਅੱਗੇ ਸੰਗਤਾਂ ਰੱਖਦੀਆਂ ਨੇ, ਪਾਤਸ਼ਾਹ ਸਾਰਿਆਂ ਦੀਆਂ ਸੇਵਾ ਭੇਟਾ ਪ੍ਰਵਾਨ ਕਰ ਰਹੇ ਨੇ। ਤੇ ਸੰਗਤ ਜੀ, ਏਦਾਂ ਹੀ ਕਰਦੇ 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 ਸ਼ਾਮ ਪੈ ਜਾਂਦੀ ਹੈ, ਪਾਤਸ਼ਾਹ ਆ ਰਹੇ ਨੇ। ਤੇ ਸੰਗਤ ਜੀ, ਦਿੱਲੀ ਪਹੁੰਚਣ ਤੋਂ ਪਹਿਲਾਂ ਇੱਕ ਪੜਾਵ ਪਾਤਸ਼ਾਹ ਨੇ ਹੋਰ ਕੀਤਾ। ਦਿੱਲੀ ਪਹੁੰਚਣ ਤੋਂ ਪਹਿਲਾਂ ਉਹ ਥਾਂ ਹਾਲੀ ਤੱਕ ਪ੍ਰਗਟ ਨਹੀਂ ਹੋਈ ਹੈ। ਹੁਣ ਆਉਣ ਵਾਲੇ ਸਮੇਂ 'ਚ ਸੰਗਤ ਜੀ ਪ੍ਰਗਟ ਹੋਏਗੀ ਤੇ ਉਹ ਨਾਮ ਪਤਾ ਚੱਲੇਗਾ, ਹਾਲੀ ਉੱਥੇ ਪ੍ਰਗਟ ਨਹੀਂ ਹੋਈ। ਜਦੋਂ ਹਨੇਰਾ ਪੈ ਗਿਆ ਤੇ ਪਾਤਸ਼ਾਹ ਨੇ ਕਿਹਾ, ਅਸੀਂ ਹੁਣ ਇੱਥੇ ਰੁਕਾਂਗੇ, ਇੱਥੇ ਅਸੀਂ ਪੜਾਵ ਕਰਾਂਗੇ। ਰਾਤ ਪੈ ਗਈ। ਉੱਥੇ ਸਾਰਿਆਂ ਨੇ, ਪਾਤਸ਼ਾਹ ਦੇ ਸੇਵਕਾਂ ਨੇ ਤੰਬੂ ਲਗਾ ਦਿੱਤੇ, ਪਾਤਸ਼ਾਹ ਦਾ ਆਸਣ ਤਿਆਰ ਹੋ ਗਿਆ, ਸਾਰੇ ਘੋੜੇ ਹਾਥੀ ਪਾਤਸ਼ਾਹ ਦੇ ਇੱਕ ਪਾਸੇ ਉਹਨਾਂ ਨੇ, ਉਹ ਵੀ ਆਰਾਮ ਕਰ ਰਹੇ ਨੇ। ਜਦੋਂ ਰਾਤ ਪੈ ਗਈ, ਰਾਤ ਨੂੰ
ਜੈ ਸਿੰਘ ਦਾ ਪ੍ਰਧਾਨ ਮੰਤਰੀ ਪਾਤਸ਼ਾਹ ਦੇ ਕੋਲ ਆਂਦਾ ਹੈ ਤੇ ਪਾਤਸ਼ਾਹ ਨੂੰ ਕਹਿੰਦਾ ਹੈ, ਆ ਕੇ ਬੇਨਤੀ ਕਰਦਾ ਹੈ ਕਿ ਪਾਤਸ਼ਾਹ ਅਸੀਂ ਹੁਣ ਦਿੱਲੀ ਦੇ ਕੋਲ ਅਸੀਂ ਪੁੱਜ ਗਏ ਹਾਂ, ਤੇ ਜੇ ਤੁਸੀਂ ਆਗਿਆ ਕਰੋ, ਤੁਸੀਂ ਮੈਨੂੰ ਆਗਿਆ ਦਵੋ ਤੇ ਮੈਂ ਰਾਜਾ ਨੂੰ ਖਬਰ ਪਹੁੰਚਾ ਦਾਂ ਕਿ ਅਸੀਂ ਦਿੱਲੀ ਦੇ ਨੇੜੇ ਪਹੁੰਚ ਗਏ ਹਾਂ। ਕਿਉਂਕਿ ਸੰਗਤ ਜੀ ਇੰਨੇ ਮੰਤਰੀ ਨੇ ਵੀ ਵੇਖਿਆ ਸੀ ਕਿ ਪਾਤਸ਼ਾਹ ਸੰਗਤਾਂ ਪਾਤਸ਼ਾਹ ਦਾ ਕਿਸ ਤਰ੍ਹਾਂ ਇੰਤਜ਼ਾਰ ਕਰਦੀਆਂ ਨੇ, ਕਿਉਂਕਿ ਸੰਗਤ ਹਮੇਸ਼ਾ ਗੁਰੂ ਦੀ ਇੰਤਜ਼ਾਰ ਕਰਦੀ ਹੈ, ਗੁਰੂ ਸੰਗਤ ਗੁਰੂ ਨੂੰ ਇੰਤਜ਼ਾਰ ਨਾ ਕਰਨਾ ਪਵੇ। ਤੇ ਇਸ ਲਈ ਉਹਨੇ ਰਹਿ ਕੇ ਜਦੋਂ ਦੇਖਿਆ ਕਿ ਸੰਗਤਾਂ ਕਿਸ ਤਰ੍ਹਾਂ ਪਾਤਸ਼ਾਹ ਦੀ ਸੇਵਾ ਕਰਦੀਆਂ ਨੇ, ਕਿਸ ਤਰ੍ਹਾਂ ਉਹਨਾਂ ਨੂੰ ਭੇਟਾ ਕਰਦੀਆਂ ਨੇ, ਬਿਨਾਂ ਭੇਟਾ ਤੋਂ ਕੋਈ ਪਾਤਸ਼ਾਹ ਦੇ ਦਰਸ਼ਨ ਨਹੀਂ ਕਰਦਾ, ਤੇ ਉਹ ਪਾਤਸ਼ਾਹ ਦੇ ਕੋਲ ਆਇਆ ਕਿ ਪਾਤਸ਼ਾਹ ਜੇ ਆਪ ਜੀ ਦਾ ਹੁਕਮ ਹੋਵੇ, ਤੁਸੀਂ ਮੈਨੂੰ ਆਗਿਆ ਦਿਓ ਤੇ ਮੈਂ ਜੈ ਸਿੰਘ ਨੂੰ, ਰਾਜਾ ਨੂੰ ਇਹ ਖਬਰ ਪਹੁੰਚਾ ਦੇਵਾਂ ਕਿ ਤੁਸੀਂ ਦਿੱਲੀ, ਅਸੀਂ ਦਿੱਲੀ ਪਹੁੰਚ ਗਏ ਹਾਂ, ਤੇ ਉਹ ਆਪ ਜੀ ਦਾ ਸਤਿਕਾਰ ਕਰਨ ਵਾਸਤੇ ਉਹ ਆਪ ਰਾਜਾ ਆ ਕੇ ਤਿਲ ਭੇਟਾ ਫੁੱਲ ਆਪ ਜੀ ਵਾਸਤੇ ਲੈ ਕੇ ਆਪ ਜੀ ਦੇ ਸਤਿਕਾਰ ਵਾਸਤੇ ਅੱਗੇ ਖੜਾ ਹੋਵੇ। ਤੇ ਪਾਤਸ਼ਾਹ ਕਹਿੰਦੇ ਨੇ, ਬੜੀ ਦ੍ਰਿੜਤਾ ਦੇ ਨਾਲ ਪਾਤਸ਼ਾਹ ਕਹਿੰਦੇ ਨੇ ਦੱਸ ਤੇ ਦਵੋ, ਪਰ ਤੁਸੀਂ, ਕਿਉਂਕਿ ਸੰਗਤ ਜੀ ਉਸ ਸਮੇਂ 'ਚ ਕੋਈ ਵੀ ਸੰਦੇਸ਼ਾ ਜਾਂਦਾ ਸੀ ਨਾ, ਤੇ ਇਹ ਚਿੱਠੀ ਲਿਖ ਕੇ ਸੇਵਕ ਦੇ ਹੱਥ ਭੇਜੀ ਜਾਂਦੀ ਸੀ। ਤੇ ਪਾਤਸ਼ਾਹ ਕਹਿੰਦੇ ਤੁਸੀਂ ਦੱਸ ਤੇ ਦਵੋ, ਪਰ ਤੁਸੀਂ ਚਿੱਠੀ ਨਹੀਂ ਭੇਜਣੀ, ਨਾ ਹੀ ਤੁਸੀਂ ਕੋਈ ਸੇਵਕ ਭੇਜਣਾ ਹੈ। ਸੰਗਤ ਜੀ ਇਸ ਦੇ ਪਿੱਛੇ ਵੀ ਸੀ, ਕਿਉਂਕਿ ਜੋ ਰਾਜਾ ਲੋਕ ਹੁੰਦੇ ਸੀ ਉਹਨਾਂ ਨੇ ਕਦੀ ਚਿੱਠੀ ਪੜ੍ਹੀ ਨਹੀਂ ਪੜ੍ਹੀ, ਕਦੀ ਉਹ ਸ਼ਿਕਾਰ ਤੇ ਗਏ ਨੇ, ਕਈ ਉਹ ਅੱਗੇ ਪਿੱਛੇ ਹੋਏ ਨੇ, ਕਦੀ ਉਹ ਆਲਸ ਕਰ ਜਾਂਦੇ ਨੇ ਕਿ ਅਸੀਂ ਚਿੱਠੀ ਬਾਅਦ ਚੋਂ ਪੜਾਂਗੇ। ਤੇ ਇਸ ਲਈ ਪਾਤਸ਼ਾਹ ਕਹਿੰਦੇ ਨੇ ਕਿ ਨਾ ਤੇ ਕੋਈ ਸੇਵਕ ਭੇਜਣਾ ਹੈ, ਨਾ ਤੁਸੀਂ ਚਿੱਠੀ ਭੇਜਣੀ ਹੈ, ਤੁਸੀਂ ਆਪ ਜਾ ਕੇ ਰਾਜਾ ਨੂੰ ਮਿਲੋ, ਰਾਜਾ ਨੂੰ ਜਾ ਕੇ ਮਿਲੋ, ਔਰ ਆਪ ਜਾ ਕੇ ਰਾਜਾ ਨੂੰ ਤੁਸੀਂ ਚੰਗੀ ਤਰ੍ਹਾਂ ਸਮਝਾ ਦਿਓ ਕਿ ਔਰੰਗਜ਼ੇਬ ਸਾਡੇ ਨੇੜੇ ਵੀ ਨਾ ਆਏ। ਅਸੀਂ ਉਸ ਕਰਕੇ ਆਏ ਹਾਂ, ਅਸੀਂ ਰਾਜਾ ਦੇ ਕਰਕੇ ਆਏ ਹਾਂ, ਉਹ ਔਰੰਗਜ਼ੇਬ ਸਾਡੇ ਉੱਤੇ ਹੁਕਮ ਨਹੀਂ ਚਲਾ ਸਕਦਾ। ਅਸੀਂ ਸੰਗਤਾਂ ਕਰਕੇ ਆਏ ਹਾਂ, ਅਸੀਂ ਰਾਜਾ ਦੇ ਪ੍ਰੇਮ ਕਰਕੇ ਆਏ ਹਾਂ, ਤੇ ਇਹ ਬੜੀ ਦ੍ਰਿੜਤਾ ਰੱਖਣੀ ਹੈ, ਇਹ ਬੜਾ ਉਹਨੂੰ ਤੁਸੀਂ ਪੱਕਾ ਕਰਕੇ ਆਣਾ ਹੈ ਕਿ ਔਰੰਗਜ਼ੇਬ ਸਾਡੇ ਨੇੜੇ ਨਾ ਲੱਗੇ। ਤੇ ਸੰਗਤ ਜੀ ਇਹ ਕਹਿੰਦਾ, ਮੰਤਰੀ ਕਹਿੰਦਾ ਹੈ ਪਾਤਸ਼ਾਹ ਤੇ ਮੈਂ ਆਪ ਜਾਵਾਂਗਾ, ਤੁਸੀਂ ਮੈਨੂੰ ਹੁਕਮ ਕਰੋ ਤੇ ਤੁਸੀਂ ਮੈਨੂੰ ਆਗਿਆ ਬਖਸ਼ੋ, ਮੈਂ ਆਪ ਜਾ ਕੇ ਮੈਂ ਉਹਨੂੰ ਨਮਰਤਾ ਦੇ ਨਾਲ ਰਾਜਾ ਨੂੰ ਮੈਂ ਸਮਝਾ ਦਵਾਂਗਾ ਕਿ ਤੁਸੀਂ ਮੈਨੂੰ ਉਥੋਂ ਹੀ ਕਹਿ ਕੇ ਆਏ ਹੋ ਕਿ ਔਰੰਗਜ਼ੇਬ ਨੂੰ ਤੁਸੀਂ ਨਹੀਂ ਮਿਲਣਾ, ਕਿਉਂਕਿ ਪਾਤਸ਼ਾਹ ਨੇ ਕਿਹਾ ਸੀ ਕਿ ਅਸੀਂ ਦਿੱਲੀ ਜਾਵਾਂਗੇ, ਪਰ ਔਰੰਗਜ਼ੇਬ ਸਾਡੇ ਮੱਥੇ ਨਾ ਲੱਗੇ, ਇਹ ਤੁਹਾਡੀ ਜ਼ਿੰਮੇਵਾਰੀ ਹੈ, ਇਹ ਜੇ ਤੁਸੀਂ ਜ਼ਿੰਮੇਵਾਰੀ ਲੈਂਦੇ ਹੋ ਤਾਂ ਹੀ ਅਸੀਂ ਦਿੱਲੀ ਜਾਵਾਂਗੇ। ਔਰ ਇਹ ਮੰਤਰੀ ਨੇ ਜ਼ਿੰਮੇਵਾਰੀ ਲਿੱਤੀ ਹੁੰਦੀ ਹੈ, ਔਰ ਇਹ ਮੰਤਰੀ ਰਾਜਾ ਜੈ ਸਿੰਘ ਨੂੰ ਦੱਸਣਾ ਚਾਹੁੰਦਾ ਹੈ। ਪਾਤਸ਼ਾਹ ਕਹਿੰਦੇ ਠੀਕ ਹੈ, ਤੁਸੀਂ ਆਪ ਜਾ ਕੇ ਰਾਜਾ ਜੈ ਸਿੰਘ ਨੂੰ ਖਬਰ ਦੇਣੀ ਹੈ। ਸੰਗਤ ਜੀ ਦਿਨ ਚੜਿਆ, ਜਦੋਂ ਉਧਰ ਉਸ ਸਮੇਂ ਤੇ ਰਾਤ ਸੀ, ਦਿਨ ਚੜਿਆ, ਇੱਧਰ ਪਾਤਸ਼ਾਹ ਉੱਠੇ ਨੇ, ਤਿਆਰ ਹੋ ਰਹੇ ਨੇ, ਉਧਰ ਮੰਤਰੀ ਤਿਆਰ ਹੋਇਆ, ਔਰ ਮੰਤਰੀ ਵੀ ਸੋਚ ਆ ਕੇ ਪਾਤਸ਼ਾਹ ਦੇ ਕੋਲ, ਉਹਨੇ ਪਹਿਲਾਂ ਪਾਤਸ਼ਾਹ ਦੇ ਕੋਲ ਆਗਿਆ ਲਿੱਤੀ ਕਿ ਪਾਤਸ਼ਾਹ ਮੈਨੂੰ ਆਗਿਆ ਬਖਸ਼ੋ, ਮੈਂ ਜਾ ਕੇ ਮੈਂ ਰਾਜਾ ਨੂੰ ਇਤਲਾ ਕਰਦਾ। ਔਰ ਪਾਤਸ਼ਾਹ ਨੇ ਇਹ ਵੀ ਕਿਹਾ ਕਿ ਦਿੱਲੀ ਦੀਆਂ ਸੰਗਤਾਂ ਨੂੰ, ਸਾਰੇ ਮਸੰਦਾਂ ਨੂੰ ਵੀ ਤੁਸੀਂ ਜਾ ਕੇ ਦੱਸ ਦਿਓ। ਤੇ ਸੰਗਤ ਜੀ ਜਦੋਂ ਇਹ ਪਹੁੰਚਿਆ, ਮੰਤਰੀ ਉੱਥੋਂ ਨਿਕਲਿਆ, ਜਦੋਂ ਦਿਨ ਚੜ੍ਹਦੇ ਹੀ ਨਿਕਲ ਗਿਆ, ਉੱਥੋਂ ਦਿੱਲੀ ਆ ਗਿਆ, ਜਦੋਂ ਆ ਕੇ ਰਾਜਾ ਜੈ ਸਿੰਘ ਨੂੰ ਆ ਕੇ ਮਿਲਿਆ
ਤੇ ਉਦੋਂ ਤੱਕ ਸੰਗਤ ਜੀ ਸ਼ਾਮ ਪੈ ਗਈ ਸੀ। ਤੇ ਜਦੋਂ ਰਾਜਾ ਜੈ ਸਿੰਘ ਆਪਣੀ ਸਭਾ ਦੇ ਵਿੱਚ ਸੀ ਔਰ ਆਕੇ ਇਹਨੇ ਨਮਸਕਾਰ ਕੀਤੀ, ਹੁਣ ਆਕੇ ਪਹਿਲਾਂ ਸੰਗਤ ਜੀ ਇਹ ਹੈ ਤੇ ਮੰਤਰੀ ਰਾਜਾ ਦਾ ਨਾ, ਆਇਆ ਔਰ ਪਹਿਲਾਂ ਆਕੇ ਉਹਨੇ ਹੁਣ ਉਹਦਾ ਪਹਿਲਾ ਫਰਜ਼ ਤੇ ਸੀਗਾ ਰਾਜਾ ਦਾ ਸਤਿਕਾਰ ਕਰਨਾ, ਕਿਉਂਕਿ ਉਹਦੀ ਡਿਊਟੀ ਵਜਾਉਂਦਾ ਹੈ, ਉਹਦੀ ਸੇਵਾ ਚਾਕਰੀ ਕਰਦਾ ਹੈ, ਉਹਦਾ ਹੀ ਉਹ ਨੌਕਰ ਹੈ। ਤਾਂ ਆਕੇ ਰਾਜਾ ਨੂੰ ਨਮਸਕਾਰ ਕਰਦਾ ਹੈ ਜੈ ਸਿੰਘ ਨੂੰ, ਔਰ ਮੰਤਰੀ ਆਕੇ ਕਹਿੰਦਾ ਹੈ ਪਹਿਲਾਂ ਉਹਨੂੰ ਖੁਸ਼ ਕਰਨ ਵਾਸਤੇ ਕਿ ਰਾਜਾ ਆਪ ਤੇ ਬੜੇ ਵਡਭਾਗੀ ਹੋ, ਆਪ ਦੇ ਬੜੇ ਭਾਗਾਂ ਵਾਲੇ ਹੋ। ਪਾਤਸ਼ਾਹ ਗੁਰੂ ਸਾਹਿਬਾਨ ਦਾ ਤੇ ਕੋਈ ਫੁਰਨਾ ਹੀ ਨਹੀਂ ਸੀ, ਉਹਨਾਂ ਦਾ ਤੇ ਕੋਈ ਵਿਚਾਰ ਹੀ ਨਹੀਂ ਸੀ ਦਿੱਲੀ ਆਉਣ ਦਾ, ਪਰ ਤੁਸੀਂ ਬੜੇ ਵਡਭਾਗੀ ਹੋ। ਤੁਸੀਂ ਤੇ ਜਿਹੜਾ ਵੀ ਕੰਮ ਸੋਚ ਲੈਂਦੇ ਹੋ, ਤੁਸੀਂ ਜਿਹੜਾ ਵੀ ਕੰਮ ਆਪਣਾ ਨਿਸ਼ਚੈ ਕਰ ਲੈਂਦੇ ਹੋ ਮੈਂ ਕਰਨਾ ਹੈ, ਉਹ ਤੇ ਤੁਹਾਡਾ ਹੋ ਜਾਂਦਾ ਹੈ। ਤੁਸੀਂ ਤੇ ਬੜੇ ਵੱਡੇ ਭਾਗਾਂ ਵਾਲੇ ਹੋ। ਮੈਂ ਪਾਤਸ਼ਾਹ ਦਾ ਤੇ ਕੋਈ ਆਉਣ ਦਾ ਫੁਰਨਾ ਨਹੀਂ ਸੀ, ਪਰ ਮੈਂ ਜਦੋਂ ਕਿਹਾ ਕਿ ਰਾਜਾ ਜੈ ਸਿੰਘ ਨੇ ਮੈਨੂੰ ਭੇਜਿਆ ਹੈ ਔਰ ਆਪ ਜੀ ਨੂੰ ਦਿੱਲੀ ਬੁਲਾਇਆ ਹੈ, ਆਪ ਜੀ ਦੇ ਦਰਸ਼ਨਾਂ ਵਾਸਤੇ ਉਹ ਉਤਸੁਕ ਨੇ, ਤੇ ਪਾਤਸ਼ਾਹ ਤੇ ਇੱਕ ਵਾਰੀ ਚ ਮੰਨ ਗਏ। ਉਹ ਹੁਣ ਆਪਣੇ ਰਾਜਾ ਨੂੰ ਖੁਸ਼ ਕਰ ਰਿਹਾ, ਪਰ ਅਸਲੀਅਤ ਕੀ ਸੀ? ਪਾਤਸ਼ਾਹ ਨੇ ਤੇ ਪਹਿਲੀ ਵਾਰ ਚ ਤੇ ਉਹਨਾਂ ਨੂੰ ਉੱਥੇ ਹੀ ਕਹਿਤਾ ਸੀ ਕਿ ਤੁਸੀਂ ਨਹੀਂ ਆਣਾ। ਆਪਣੇ ਸਿੱਖਾਂ ਨੂੰ ਕਿਹਾ ਸੀ ਕਿ ਮੰਤਰੀ ਨੂੰ ਉੱਥੇ ਬਾਹਰ ਹੀ ਰੋਕੋ, ਔਰ ਮੰਤਰੀ ਨੂੰ ਅਗਲੇ ਦਿਨ ਬੁਲਾਇਆ ਸੀ ਪਾਤਸ਼ਾਹ ਨੇ ਦਰਸ਼ਨ ਦੇਣ ਵਾਸਤੇ। ਪਰ ਉਹ ਰਾਜਾ ਨੂੰ ਉਹਦੀ ਸਿਫਤ, ਰਾਜਾ ਦੀ ਸਿਫਤ ਹੀ ਪਹਿਲਾਂ ਕਰ ਰਿਹਾ ਹੈ। ਕਹਿੰਦਾ ਤੁਸੀਂ ਤੇ ਬੜੇ ਵਡਭਾਗੀ ਹੋ, ਪਾਤਸ਼ਾਹ ਤੇ ਗੁਰੂ ਸਾਹਿਬ ਤੇ ਇੱਕ ਵਾਰੀ ਚ ਮੰਨ ਗਏ, ਤੁਹਾਡਾ ਨਾਮ ਸੁਣ ਕੇ ਤੇ ਉਹਨਾਂ ਨੇ ਹਾਂ ਕਰ ਦਿੱਤੀ। ਤੇ ਫਿਰ ਉਹ ਕਹਿੰਦਾ ਹੈ, ਮੰਤਰੀ ਕਹਿੰਦਾ ਹੈ ਕਿ ਪਾਤਸ਼ਾਹ ਦਿੱਲੀ ਦੇ ਕੋਲ ਪਹੁੰਚ ਗਏ ਨੇ। ਫਿਰ ਉਹ ਕਹਿੰਦਾ ਪਾਤਸ਼ਾਹ ਤੇ ਦਿੱਲੀ ਦੇ ਕੋਲ ਪਹੁੰਚ ਗਏ ਨੇ, ਪਰ ਰਾਜਨ ਮੇਰੀ ਇੱਕ ਗੱਲ ਤੁਸੀਂ ਧਿਆਨ ਨਾਲ ਸੁਣਿਓ। ਇਹ ਪਾਤਸ਼ਾਹ ਨੂੰ ਮੈਂ ਉੱਥੇ ਵਾਅਦਾ ਕਰਕੇ ਆਇਆ ਸੀ, ਜ਼ਿੰਮੇਦਾਰੀ ਮੈਂ ਲੈ ਕੇ ਆਇਆ ਸੀ, ਔਰ ਪਾਤਸ਼ਾਹ ਦਾ ਇਹ ਹੁਕਮ ਹੈ ਕਿ ਉਹ ਦਿੱਲੀ ਆ ਗਏ ਨੇ, ਪਰ ਇਹ ਜ਼ਿੰਮੇਵਾਰੀ ਹੁਣ ਸਾਡੀ ਹੈ ਕਿ ਔਰੰਗਜ਼ੇਬ ਪਾਤਸ਼ਾਹ ਦੇ ਨੇੜੇ ਵੀ ਨਾ ਆਏ। ਤੇ ਪਾਤਸ਼ਾਹ ਦੇ ਜਿਸ ਤਰ੍ਹਾਂ ਗੁਰੂ ਪਿਤਾ ਨੇ ਜਦੋਂ ਤੱਕ ਸਰੀਰ ਰੱਖਿਆ ਉਦੋਂ ਤੱਕ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦਿੱਤੇ, ਕਿਉਂਕਿ ਉਹਨਾਂ ਦਾ ਹੁਕਮ ਸੀ ਨੈ ਮਲੇਚ ਕੋ ਦਰਸ਼ਨ ਦੇ, ਕਿ ਅਸੀਂ ਮਲੇਚ ਨੂੰ ਆਪਣੇ ਦਰਸ਼ਨ ਨਹੀਂ ਦੇਣੇ। ਤੇ ਜਦੋਂ ਇਹ ਗੁਰੂ ਸਾਹਿਬਾਨ ਗੱਦੀ ਤੇ ਬੈਠੇ ਤੇ ਇਹਨਾਂ ਨੇ ਵੀ ਆਪਣੇ ਪਿਤਾ ਜੀ ਵਾਲਾ, ਗੁਰੂ ਪਿਤਾ ਜੀ ਵਾਲਾ ਪ੍ਰਣ ਇਹਨਾਂ ਨੇ ਵੀ ਲਿੱਤਾ ਕਿ ਅਸੀਂ ਔਰੰਗਜ਼ੇਬ ਨੂੰ ਕਦੀ ਦਰਸ਼ਨ ਨਹੀਂ ਦੇਣੇ। ਤੇ ਫਿਰ ਉਹ ਵੀ ਮੰਤਰੀ ਕਹਿੰਦਾ ਪਾਤਸ਼ਾਹ ਇਹ ਜ਼ਿੰਮੇਦਾਰੀ ਹੁਣ ਇਹ ਤੁਹਾਡੀ ਹੈ। ਪਾਤਸ਼ਾਹ ਨੂੰ ਦਿੱਲੀ ਲੈ ਕੇ ਆਉਣ ਤੱਕ ਦੀ ਆਪ ਜੀ ਨੇ ਮੈਨੂੰ ਜ਼ਿੰਮੇਵਾਰੀ ਸੌਂਪੀ ਸੀ, ਇਸ ਲਈ ਮੈਂ ਆਪਣੀ ਜ਼ਿੰਮੇਦਾਰੀ ਨਿਭਾਈ ਹੈ। ਹੁਣ ਅੱਗੇ ਜ਼ਿੰਮੇਦਾਰੀ ਤੁਹਾਡੀ ਹੈ ਕਿ ਔਰੰਗਜ਼ੇਬ ਪਾਤਸ਼ਾਹ ਦੇ ਨੇੜੇ ਨਾ ਆਏ। ਸੰਗਤ ਜੀ, ਫਿਰ ਇਸ ਤੋਂ ਬਾਅਦ ਉਹ ਪਾਤਸ਼ਾਹ ਦੀਆਂ ਸਿਫਤ ਸਲਾਹ, ਪਾਤਸ਼ਾਹ ਦੀਆਂ ਸਿਫਤਾਂ ਦੱਸਣੀਆਂ ਸ਼ੁਰੂ ਕਰਦਾ ਹੈ। ਕਹਿੰਦਾ ਹੈ ਰਾਜਾ ਮੈਂ ਤੁਹਾਨੂੰ ਉਹਨਾਂ ਦੀਆਂ ਗੁਰੂ ਸਾਹਿਬਾਨ ਦੀਆਂ ਕਿਹੜੀਆਂ ਸਿਫਤਾਂ ਦੱਸਾਂ? ਉਹਨਾਂ ਦੇ ਵਿੱਚ ਤੇ ਇੰਨੀਆਂ ਸਿਫਤਾਂ ਹੈ, ਉਹਨਾਂ ਦੇ ਵਿੱਚ ਤੇ ਇੰਨੇ ਗੁਣ ਨੇ ਕਿ ਜਿੰਨੇ ਸਮੁੰਦਰ ਵਿੱਚ ਪਾਣੀ ਹੈ। ਫਿਰ ਕਹਿੰਦਾ ਹੈ ਨਹੀਂ ਉਹਨਾਂ ਦੇ ਗੁਣਾਂ ਦੇ ਅੱਗੇ ਤੇ ਸਮੁੰਦਰ ਵੀ ਛੋਟਾ ਹੈ ਰਾਜਨ, ਉਹਨਾਂ ਦੇ ਤੇ ਗੁਣਾਂ ਦੇ ਅੱਗੇ ਇਹ ਸਮੁੰਦਰ ਵੀ ਕੁਛ ਨਹੀਂ ਹੈ। ਉਹਨਾਂ ਦੇ ਤੇ ਗੁਣਾਂ ਦਾ, ਉਹਨਾਂ ਦੀ ਸ਼ਕਤੀਆਂ ਦਾ, ਉਹਨਾਂ ਦੀ ਕਰਾਮਾਤਾਂ ਦਾ ਰਾਜਾ ਕੋਈ ਅੰਤ ਨਹੀਂ ਹੈ। ਅਸੀਂ ਤੇ ਸੋਚਦੇ ਸੀ ਕਿ ਬਾਬਾ ਰਾਮ ਰਾਏ ਜੀ ਚ ਬੜੀਆਂ ਕਰਾਮਾਤਾਂ ਨੇ, ਪਰ ਬਾਬਾ ਰਾਮ ਰਾਏ ਜੀ ਤੇ ਇਹ ਤੇ ਇਸ ਤਰ੍ਹਾਂ ਨੇ ਜਿੱਦਾਂ ਸਮੁੰਦਰ ਦੇ ਅੱਗੇ ਤਲਾਬ। ਗੁਰੂ ਸਾਹਿਬਾਨ ਤੇ ਸੂਰਜਾਂ ਦੇ ਸੂਰਜ ਨੇ, ਇਹਨਾਂ ਚ ਤੇ ਇੰਨੀਆਂ ਕਰਾਮਾਤਾਂ ਨੇ ਕਿ ਇਹ ਅਗਰ ਗੂੰਗੇ ਪੈਰੇ ਦੇ ਸਿਰ ਤੇ ਵੀ ਛੜੀ ਰੱਖ ਦੇਣ
ते गूंगे बहरे कोलों भी ये अर्थ करवा लेंदे ने। फिर वो पूरी घटना ये छज्जू चीवर वाली पूरी घटना सुनांदा है मंत्री राजा नू। राजा पातशाह दियां सिफतां सुन सुन के खुश हो रहा है और मन च होर चाव वधी जा रहा है कि केड़ा समा होए ते मैं कदों पातशाह दे दर्शन करा। और वो ये भी कहता है, कहता उन्हां दे बचनां च इन्नी शक्ति है, उन्हां ते कोई बचन खाली नहीं जाता राजा, पर तुसी ध्यान रखियो उन्हां दी मर्जी तो कोई उन्हां दी मर्जी तो बगैर कोई काम नहीं करना, उन्हां दे हुक्म दे अंदर ही रह के काम करना है, उन्हां दे हुक्म तो उलट नहीं जाना है राजन। और क्योंकि मंत्री ने देखा सी कि सारियां संगतां किन्नियां सेवा करदियां ने, ते मंत्री कहता है राजन जे तुसी उन्हां दी खुशी प्राप्त करना चाहते हो ना, ते जिस तरह वो कहंदे ने तुसी उस तरह ही रहो, जिन्ना तुसी नीवे होके रहोगे तानू ओनियां खुशियां मिलणगियां, जिन्नी तुसी सेवा करोगे तानू ओना लाभ होएगा। क्योंकि मैं ते देखा है कि पातशाह दे अगे कोई नीवा होके जाए, पातशाह ते ओदियां झोलियां भर दिंदे ने, पातशाह दे अगे कोई सेवा करे, पातशाह दी कोई सेवा करे गुरु साहिब दी, ते गुरु साहिबान ते उन्हां दियां झोलियां च उन्हां दे इन्नी किरपा करदे ने कि उन्हां दियां पुश्तां तर जांदियां ने। ते इसलिए तुसी ध्यान रखियो कि उन्हां दे हुक्म दे अंदर रह के ही सारे काम करना। और वो बेशक पर वो फिर होर सिफत करदा है, कहंदा है, कहंदा राजन असी ते सोचा सी कि ओ ते बाल ने, ओ ते बालक ने, पर ओ बालक जरूर ने, पर हर एक काम बड़ी गंभीरता दे नाल करदे ने, हर एक काम विच बहुत ही गंभीर ने, उन्हां दी दूर दी देखण दी दृष्टि बहुत उच्ची है। फिर वो दसदा है कि किस तरह पातशाह ने उत्थे निशान साहिब लगाया और संगतां निशान साहिब दे दर्शन करके वही फल प्राप्त कर रही ने जो कि गुरु साहिबान दे दर्शन करके संगतां फल प्राप्त करदियां ने। फिर वो कहंदा है, कहंदा राजन मेरे हिसाब नाल वो सवेर तक दिल्ली पहुंच जाणगे, और सवेर तक दिल्ली पहुंच जाएंगे, पर राजन ध्यान रखियो खाली हाथ ना जायो, खूब सारे उन्हां वास्ते भेटा इकट्ठी करो, फुल इकट्ठे करो, उन्हां वास्ते उपहार इकट्ठे करो, ते उन्हां दे स्वागत वास्ते राजन तुसी आप जाके पहला तो खड़े होवो। ते संगत जी जो ये गल्लां सुन के ते ओनू राजा नू होर खुशी चढ़दी है, उसे टाइम अपने मंत्रियां नू हुक्म कर दिंदा है, मोरां दे थाल भरो, फुल लैके आओ, भेटा लैके आओ, सोने बस्तर कट्ठे करो, तुसी मिष्ठान लैके आओ, तुसी मठाइयां लैके आओ। और संगत जी जिस तरह असी देखते हैं ना, जो नगर कीर्तन जाता है ते जगह जगह ते संगत खड़ी हुंदी है जल पानी लैके, प्रशादा भोजन लैके, उसे तरह वो बहुत सारे अपने अपने सेवकां नू कहंदा, अपनियां फौजां नू कहंदा है कि खाण पीण दा प्रबंध करो, रस्ते दे विच संगतां दी सेवा दा तुसी प्रबंध करो। सारे प्रबंध करके वो पूरी तैयारी विच लग जाता है। ते संगत जी और इन्नियां पातशाह दियां सिफतां सुन रहा हुंदा, जदों मंत्री पातशाह दियां सिफतां सुना रहा हुंदा ना, ते मंत्री ये भी कहंदा है कि राजन जिन्ना तुसी पातशाह दे नाल नम्र रहोगे, जिन्ना तुसी नीवे होके उन्हां दी और जिन्नी तुसी सेवा करोगे ना, ते जो तुसी फल चाहते हो, क्योंकि वो ते उन्नू भी पता सी कि बेशक भावना राजे दे मन च बहुत है, पर किते ना किते वो भावना सिर्फ गुरु साहिब दे दर्शना वास्ते नहीं है, ओदे पिछे एक ओदा स्वार्थ भी है कि जे मैं सेवा करांगा ते खुश होके पातशाह मैनू संतान बख्शणगे। ते कहंदा पातशाह कहंदा राजन जे तुसी प्राप्ति चाहते हो, खुशियां दी प्राप्ति चाहते हो, ते जिन्नी हो सके नीवे होके सेवा करियो।
ਔਰ ਸੰਗਤ ਜੀ ਜਦੋਂ ਇਹ ਗੱਲਾਂ ਕਰ ਰਿਹਾ ਹੁੰਦਾ ਹੈ ਨਾ, ਉਹਦੇ ਮਨ ਦੇ ਵਿੱਚ ਇੰਨੀ ਭਾਵਨਾ ਭਰ ਜਾਂਦੀ ਹੈ, ਇੰਨਾ ਚਾਹ ਭਰ ਜਾਂਦਾ ਹੈ ਕਿ ਉਹ ਪਾਤਸ਼ਾਹ ਦੀ ਤੇ ਸਿਫਤ ਸਲਾਹ ਕਰੀ ਜਾ ਰਿਹਾ ਮੰਤਰੀ, ਔਰ ਰਾਜਾ ਜਿਸ ਪਾਸੋਂ ਪਾਤਸ਼ਾਹ ਨੇ ਆਣਾ ਹੈ ਉਸ ਵੱਲ ਪਾਸੇ ਮੂੰਹ ਕਰਕੇ ਤੇ ਉੱਥੇ ਹੀ ਧਰਤੀ ਤੇ ਮੱਥਾ ਟੇਕਣਾ ਸ਼ੁਰੂ ਕਰ ਦਿੰਦਾ ਹੈ ਰਾਜਾ ਜੈ ਸਿੰਘ। ਤੇ ਸੰਗਤ ਜੀ ਦਿਨ ਚੜ੍ਹਦਾ ਹੈ, ਜਿਸ ਤਰ੍ਹਾਂ ਹੀ ਦਿਨ ਚੜ੍ਹਦਾ ਹੈ ਰਾਜਾ ਤੇ ਆਪਣਾ ਪੂਰਾ ਲਾਮ ਲਸ਼ਕਰ ਲੈ ਕੇ, ਮੋਹਰਾਂ ਦੀਆਂ ਥਾਲੀਆਂ ਲੈ ਕੇ, ਮਿਸ਼ਠਾਨ, ਕਈ ਪ੍ਰਕਾਰ ਦੇ ਭੋਜਨ, ਕਈ ਪ੍ਰਕਾਰ ਦੇ ਨਾਸ਼ਤਾ ਪਾਣੀ, ਫੁੱਲ ਲੈ ਕੇ ਕਿ ਜਿੱਧਰੋਂ ਪਾਤਸ਼ਾਹ ਆਣਗੇ ਤੇ ਅਸੀਂ ਫੁੱਲਾਂ ਦੀ ਵਰਖਾ ਕਰਾਂਗੇ, ਸਾਰਿਆਂ ਨੂੰ ਇਕੱਠਾ ਕਰਕੇ ਲੈ ਕੇ ਔਰ ਜਾ ਕੇ 2 ਕੋਹ ਦੂਰ, ਜਿੱਥੋਂ ਦਿੱਲੀ ਸ਼ੁਰੂ ਹੁੰਦੀ ਹੈ ਉਸ ਤੋਂ 2 ਕੋਸ ਅੱਗੇ ਜਾ ਕੇ ਰਾਜਾ ਖੜੇ ਪੈਰ ਹੋ ਜਾਂਦਾ ਹੈ। ਔਰ ਸੰਗਤ ਜੀ ਕਿੱਦਾਂ ਖੜਾ ਹੁੰਦਾ ਹੈ ਰਾਜਾ? ਆਪਣੇ ਘੋੜੇ ਤੋਂ ਉਤਰ ਜਾਂਦਾ ਹੈ, ਆਪਣੀ ਸਵਾਰੀ ਛੱਡ ਦਿੰਦਾ ਹੈ, ਆਪਣੇ ਪੈਰਾਂ ਦੇ ਜੋੜੇ ਉਤਾਰ ਦਿੰਦਾ ਹੈ, ਨੰਗੇ ਪੈਰ ਹੱਥ ਜੋੜ ਕੇ ਪਾਤਸ਼ਾਹ ਦੇ ਆਗਮਨ ਦਾ ਇੰਤਜ਼ਾਰ ਕਰ ਰਿਹਾ ਹੁੰਦਾ ਹੈ ਸੰਗਤ ਜੀ। ਤੇ ਮਨ ਚ ਸੋਚਦਾ ਹੈ ਕਿ 6-6.5 ਸਾਲ ਦੇ ਛੋਟੇ ਜਿਹੇ ਬਾਲਕ ਕਿੱਦਾਂ ਦੇ ਦਿਖਦੇ ਹੋਣਗੇ। ਸਾਰੇ ਕਹਿੰਦੇ ਨੇ ਉਹਨਾਂ ਦੇ ਤੇ ਚਿਹਰਾ ਹੀ ਬੜਾ ਨੂਰਾਨੀ ਹੈ, ਕਿਸ ਤਰ੍ਹਾਂ ਦੇ ਦਿਖਦੇ ਹੋਣਗੇ। ਉਹ ਮਨ ਦੇ ਵਿੱਚ ਫੁਰਨੇ ਬਣਾ ਰਿਹਾ ਔਰ ਮਨ ਦੇ ਵਿੱਚ ਪਾਤਸ਼ਾਹ ਦੀ ਤਸਵੀਰ ਬਣਾ ਰਿਹਾ ਹੈ ਕਿ ਗੁਰੂ ਸਾਹਿਬਾਨ ਸਾਰੇ ਕਹਿੰਦੇ ਨੇ ਕਿ ਬਹੁਤ ਸੁੰਦਰ ਦਸਤਾਰ ਸਜਾਉਂਦੇ ਨੇ, ਕਿਸ ਤਰ੍ਹਾਂ ਦੀ ਦਸਤਾਰ ਸਜਾਈ ਹੋਏਗੀ, ਉਹ ਕਿਸ ਤਰ੍ਹਾਂ ਦੇ ਸੁੰਦਰ ਬਾਲਕ ਲੱਗਦੇ ਹੋਣਗੇ। ਸਾਰੇ ਕਹਿੰਦੇ ਨੇ ਉਹਨਾਂ ਦਾ ਚਿਹਰਾ ਬੜਾ ਗੋਲ ਹੈ। ਉਹ ਇਮੇਜਿਨ ਕਰ ਰਿਹਾ ਹੈ, ਤਸਵੀਰ ਬਣਾ ਰਿਹਾ ਹੈ ਆਪਣੇ ਦਿਮਾਗ ਵਿੱਚ ਪਾਤਸ਼ਾਹ ਦੀ। ਤੇ ਸੰਗਤ ਜੀ ਸਮੇਂ ਨਿਕਲਦਾ ਹੈ ਤੇ ਫਿਰ ਉਹਨੂੰ ਕੀ ਹੁੰਦਾ, ਥੋੜੀ ਦੇਰ ਬਾਅਦ ਦੂਰੋਂ ਪਾਲਕੀ ਆਂਦੀ ਦਿਖਾਈ ਦਿੰਦੀ ਹੈ, ਦੂਰੋਂ ਹੀ ਦਿਖਦੀ ਔਰ ਉਹਨੂੰ ਨਗਾੜੇ ਦੀ ਆਵਾਜ਼ ਸੁਣਾਈ ਦਿੰਦੀ ਹੈ। ਜਦੋਂ ਨਗਾੜੇ ਦੀ ਆਵਾਜ਼ ਸੁਣਾਈ ਦਿੰਦੀ ਹੈ ਉਹਦੇ ਮਨ 'ਚ ਹੋਰ ਚਾਅ ਚੜ ਜਾਂਦਾ ਹੈ ਕਿ ਹੁਣ ਤੇ ਪਾਤਸ਼ਾਹ ਆ ਗਏ, ਹੁਣ ਤੇ ਪਾਤਸ਼ਾਹ ਆ ਗਏ, ਹੁਣ ਤੇ ਮੈਂ ਦਰਸ਼ਨ ਕਰਾਂਗਾ। ਸੰਗਤ ਜੀ ਅੱਗੇ ਨਗਾੜੇ ਵਾਲਾ ਆ ਰਿਹਾ ਹੈ, ਉਸ ਤੋਂ ਪਿੱਛੇ ਨਕੀਬ ਆ ਰਿਹਾ ਹੈ, ਕਹਿੰਦਾ ਸਾਵਧਾਨ ਹੋ ਜਾਓ, ਸਾਡੇ ਸੱਚੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆ ਰਹੇ ਨੇ, ਸਾਰੀ ਸੰਗਤ ਸਾਵਧਾਨ ਹੋ ਜਾਏ। ਸੰਗਤ ਜੀ ਕਰਦੇ ਨਗਾੜੇ ਵਾਲਾ ਰਾਜਾ ਦੇ ਅੱਗੋਂ ਨਿਕਲ ਜਾਂਦਾ ਹੈ, ਕਰਦੇ ਆਵਾਜ਼ ਦਿੰਦਾ ਨਕੀਬ ਅੱਗੇ ਰਾਜਾ ਦੇ ਅੱਗੋਂ ਦੀ ਚਲਾ ਜਾਂਦਾ ਹੈ। ਤੇ ਪਾਤਸ਼ਾਹ ਪਾਲਕੀ ਦੇ ਵਿੱਚੋਂ ਥੋੜਾ ਮੁਖ ਕੱਢ ਕੇ ਰਾਜੇ ਵੱਲ ਦੇਖਦੇ ਨੇ ਸੰਗਤ ਜੀ। ਜਿਸ ਤਰ੍ਹਾਂ ਹੀ ਪਾਤਸ਼ਾਹ ਸੋਹਣਾ ਜਿਹਾ ਛੋਟਾ ਜਿਹਾ ਗੋਲ ਮੁਖੜਾ ਆਪਣੇ ਪਾਲਕੀ ਚੋਂ ਕੱਢਦੇ ਨੇ ਹੈ ਸੰਗਤ ਜੀ, ਔਰ ਪਾਤਸ਼ਾਹ ਆਪਣੇ ਪਾਲਕੀ ਵਾਲੇ ਨੂੰ ਕਹਿੰਦੇ ਨੇ ਕਿ ਰਾਜਾ ਦੇ ਕੋਲ ਜਾ ਕੇ ਪਾਲਕੀ ਰੁਕਾ ਦੇ। ਔਰ ਜਿਸ ਤਰ੍ਹਾਂ ਹੀ ਪਾਤਸ਼ਾਹ ਥੋੜੀ ਦੂਰ ਤੋਂ ਆਪਣਾ ਮੁਖੜਾ ਕੱਢਦੇ ਨੇ, ਰਾਜਾ ਉੱਥੇ ਹੀ ਜ਼ਮੀਨ ਤੇ ਮੱਥਾ ਟੇਕਣਾ ਸ਼ੁਰੂ ਕਰ ਦਿੰਦਾ ਹੈ ਸੰਗਤ ਜੀ। ਉਹ ਨਹੀਂ ਦੇਖਦਾ ਕਿ ਮੈਂ ਰਾਜਾ ਹਾਂ, ਮੇਰੇ ਨਾਲ ਇੰਨਾ ਲਾਮ ਲਸ਼ਕਰ ਹੈ, ਮੇਰੇ ਨਾਲ ਇੰਨੇ ਮੰਤਰੀ ਨੇ, ਮੇਰੇ ਨਾਲ ਇੰਨੇ ਉੱਚੇ ਮੰਤਰੀ ਵਿਦਵਾਨ ਨੇ। ਉਹ ਕੁਛ ਨਹੀਂ ਸੋਚਦਾ, ਉਹ ਤੇ ਵਿੱਚ ਭਾਵਨਾ 'ਚ ਆ ਕੇ, ਵਿਰਾਗ ਵਿੱਚ ਆ ਕੇ ਉੱਥੇ ਹੀ ਜ਼ਮੀਨ ਤੇ ਮੱਥਾ ਟੇਕਣਾ ਸ਼ੁਰੂ ਕਰ ਦਿੰਦਾ ਹੈ। ਉਹਨੇ ਮੱਥਾ ਟੇਕਿਆ ਹੈ, ਪਾਲਕੀ ਆ ਕੇ ਰੁਕੀ ਹੈ, ਪਾਤਸ਼ਾਹ ਨੇ ਛੋਟੇ ਪੈਰ ਬਾਹਰ ਰੱਖੇ ਨੇ, ਚਰਨ ਬਾਹਰ ਕੱਢੇ ਨੇ ਪਾਲਕੀ ਵਿੱਚੋਂ। ਔਰ ਜਿਸ ਤਰ੍ਹਾਂ ਪਾਲਕੀ ਚੋਂ ਪਾਤਸ਼ਾਹ ਨੇ ਬਾਹਰ ਆਏ ਨੇ, ਉਤਰੇ ਨੇ ਪਾਲਕੀ ਚੋਂ, ਰਾਜਾ ਨੇ ਆਪਣਾ ਸਿਰ ਨਹੀਂ ਚੁੱਕਿਆ ਜ਼ਮੀਨ ਤੋਂ, ਰਾਜਾ ਨੇ ਸਿਰ ਨਹੀਂ ਚੁੱਕਿਆ। ਤੇ ਪਾਤਸ਼ਾਹ ਨੇ ਕੀ ਕਿਹਾ, ਹਾਂਜੀ ਰਾਜਾ ਜੈ ਸਿੰਘ ਜੀ, ਸਿਹਤ ਦਾ ਕੀ ਹਾਲ ਹੈ? ਔਰ ਇਹ ਕਹਿੰਦੇ ਆਪਣੇ ਛੋਟੇ ਹੱਥਾਂ ਨਾਲ ਰਾਜਾ ਨੂੰ ਮੋਢਿਆਂ ਤੋਂ ਉਠਾ ਦਿੰਦੇ ਨੇ। ਤੇ ਹੋਰ ਤੁਹਾਡਾ ਕੀ ਹਾਲ ਹੈ, ਸਿਹਤ ਦਾ ਦੱਸੋ ਕੀ ਹਾਲ ਹੈ? ਔਰ ਰਾਜਾ ਕਹਿੰਦਾ ਹੱਥ ਜੋੜ ਕੇ, ਅੱਖਾਂ ਚੋਂ ਵਿਰਾਗ ਆ ਰਿਹਾ, ਅੱਖਾਂ ਚੋਂ ਖੁਸ਼ੀ ਦੇ
ਔਰ ਆंसू आई जा रहे ने, कहता है पातशाह आप जी दी किरपा है पातशाह, मैं बड़ा वडभागी हाँ पातशाह। लोग जांदे ने ਕੀਰਤਪੁਰ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਪਾਤਸ਼ਾਹ, ਮੈਂ ਬੜਾ ਵਡਭਾਗੀ ਹਾਂ ਜੋ ਆਪ ਜੀ ਨੇ ਮੇਰੇ ਤੇ ਇੰਨੀ ਮਿਹਰ ਕੀਤੀ, ਆਪ ਜੀ ਨੇ ਮੇਰੇ ਤੇ ਇੰਨੀ ਕਿਰਪਾ ਕੀਤੀ, ਜੋ ਆਪ ਜੀ ਨੇ ਦਿੱਲੀ ਆ ਕੇ ਮੈਨੂੰ ਦਰਸ਼ਨ ਦਿੱਤੇ ਨੇ ਪਾਤਸ਼ਾਹ। ਫਿਰ ਕਹਿੰਦੇ ਪਾਤਸ਼ਾਹ, ਜਦੋਂ ਪਾਤਸ਼ਾਹ ਤੁਰਨ ਲੱਗਦੇ ਨੇ ਨਾ ਰਾਜੇ ਦੇ ਨਾਲ, ਤੇ ਰਾਜਾ ਕਹਿੰਦਾ ਨਹੀਂ ਪਾਤਸ਼ਾਹ, ਤੁਸੀਂ ਪਾਲਕੀ ਦੇ ਵਿੱਚ ਬੈਠੋ और मैं आप जी दी पालकी ते पिछे तुरांगा। पातशाह मैं अपनी आप जी दी पालकी नू मोढा देना चाहना है। ते पातशाह की कहंदे ने, कहंदे नहीं राजा, तुसी भी ते राजा हो, तानू ये शोभा नहीं दिंदा, तुसी भी राजा हो, तुसी पालकी नू मोढा नहीं देना, तुसी नाल नाल नहीं तुरना, तुसी भी अपने घोड़े ते सवार हो। नहीं पातशाह, मैं आप जी दी पालकी नू मोढा देना चाहना है पातशाह, मैनू आज्ञा बख्शो। पातशाह कहंदे नहीं, तुसी मोढा नहीं दोगे, तुसी राजा हो और तुसी अपने घोड़े ते बैठो। जदों पातशाह ने कहा, फिर संगत जी हुण पातशाह दा हुक्म भी ते मनना सी ना। राजा घोड़े ते बैठ जांदा है और पातशाह पालकी च बैठ जांदे ने। फुल्लां दी वर्खा हो रही है, चवर साहब इधर हो रहे ने, नाल नाल सारियां संगतां जा रहियां है, ते पातशाह दिल्ली दे विच प्रवेश कर जांदे ने। संगत जी दिल्ली विच प्रवेश कर जांदे ने, क्योंकि उत्थे संगत जी इन्नी भारी तादाद विच संगत इकट्ठी हुंदी है, क्योंकि दिल्ली दी भी संगत उत्थे इकट्ठी हुंदी है, मसंद भी आए हुंदे ने, क्योंकि सारियां नू पातशाह ने पहला ही कहा हुंदा है कि तुसी जाके इतला कर दो, क्योंकि आप जी नू पता है दिल्ली विच महामारी फैली हुंदी है और ज्यादा तो ज्यादा संगत पातशाह दे दर्शन करना चाहती है, ठीक होना चाहती है, ते ज्यादा तो ज्यादा उत्थे बड़ी गिनती दे विच सारी संगत इकट्ठी है। हुण पातशाह जा रहे ने, राजा जा रहा है, राजा उन्हां नू उस तरफ लैके जा रहा है जिधर पातशाह दे उन्हां ने रुकण दा, आराम करन दा, रहन दा प्रबंध कीता है। हुण संगत जी बंगला साहब ते आप जी नू पता है ये राजा दा बंगला सी। इसे दे नेड़े एक उस समय च जगह सी जय सिंहपुरा। संगत जी हुण नहीं पता कि उस जगह दा की नाम है, नवा नाम की है, पर उस समय उस जगह दा नाम सी जय सिंहपुरा। ते पातशाह राजा पातशाह नू उस स्थान ते लैके जा रहे ने जिथे की पातशाह दे रहन दा प्रबंध कीता होया सी। हुण संगत जी रस्ते दे विच सारियां संगतां दर्शन कर रहियां ने, फुल्लां दी वर्खा कर रहियां ने, और संगतां आपस च कह रहियां ने, कहंदियां ने कि इन्हां दे वड्डे भरा भी आए सी, पर उन्हां च ये गल बात नहीं है जो इन्हां च गल बात है। ये ते परमेश्वर दा रूप ने, ये ते साडे बाल परमेश्वर ने। संगतां सिफत करी जा रहियां ने, दर्शन कर करके निहाल हो रहियां ने संगतां। पातशाह अपने छोटे 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 पैरां दे नाल, चरणां दे नाल पातशाह तुर रहे ने। संगत जी उस समय ते एक गलियां गलियां सीगियां, ते गलियां गलियां चो पातशाह जा रहे ने, जिधरों जिधरों पातशाह ने जाना है संगतां ते पहला ही खड़ियां ने, उपहार लैके, फुल लैके पातशाह दा सत्कार करन वास्ते, पातशाह दे दर्शन दीदारे करन वास्ते। पिछे पिछे पातशाह दा सेवक पातशाह उत्ते चौर साहब कर रहा है, पिछे पिछे संगतां ने, और जेड़ियां संगतां गली विच खड़ियां ने उन्हां नू भी ओ कहंदे ने ओ गुरु साहिबान ने जिन्हां दे उत्ते चवर साहब हो रहा है। क्योंकि संगत जी उन्हां दी उम्र करके उन्हां दी हाइट भी घट सी, क्योंकि बाल सीगे, बालक सीगे, ते उठ उठ के संगतां देख रहियां ने, पर चवर साहब हो रहा, कहंदे ने ओ गुरु साहिबान ने जिन्हां दे उत्ते चवर साहब हो रहा। राजा लैके जांदा है जिधर पातशाह दा स्थान उन्होंने रुकण वास्ते उन्होंने तैयार किया है। हुण उत्थे जांदे ने, डेरा आ गया जिथे पातशाह ने रुकना है।
संगत जी जिथे पातशाह ने रुकना है वो डेरा आ गया और पातशाह ने कहा कि पातशाह तुसी अंदर चलो। अंदर आके पातशाह देखते ने कि राजा ने बहुत सुंदर एक पलंगा विछाया होया है, बहुत सुंदर पलंग विछया है। पलंग दे उत्ते रेशमी चादर विछी है और पलंग दे चारों पावियां ते चादर दे नाल रेशम दियां डोरां बनियां होईयां ने ताकि चादर दे उत्ते कोई वट ना पए। उत्ते पातशाह ने बिराजना है, उत्ते पातशाह ने सजना है, उत्ते कोई चादर उत्ते वट नहीं पैना चाहिए। ते जदों पातशाह पहुंच जांदे ने देखदे ने बहुत सुंदर पलंगा तैयार किया है राजा ने। फिर पातशाह जदों उत्ते दृष्टि पांदे ने ते देखदे ने कि जय सिंह ने ते उत्ते चंदुआ साहब भी लगाया होया है। ते पातशाह कहंदे ने मन च सोचदे ने कि इन्हें पूरी मर्यादा भी रखी है। असी फिर पातशाह अपने मन च संगत जी उन्होंने मन च की सोचना वो ते जानी जान सी पातशाह, पर वो देखते ने कि राजा जय सिंह ने पूरी मर्यादा का पालन किया है, पूरे सत्कार किया है, मन च पूरा चाह है, नमस्कार करन दा तरीका ओदा बहुत अच्छा है। ओने बहुत प्यार नाल प्रेम नाल पातशाह नू अगे होके मिलिया है ते ए भावना पातशाह ओदी देख के खुश ने। पर संगत जी गलती ते राजा को अगे जाके होएगी, पर एदी भावना राजा जय सिंह नू बख्शा लेगी। ते पातशाह जदों पलंग दे कोल पहुंचदे ने ते राजा हाथ जोड़ के कहंदा है पातशाह आप जी ने इत्थे आराम करना है, ये पलंगा भी आप जी दा है। ते पातशाह कहंदे ने उत्थे पलंग उत्ते सज जांदे ने, पातशाह उत्थे बैठ जांदे ने और जदों पातशाह बैठ जांदे ने राजा फिर धरती दे उत्ते नमस्कार करदा है, मत्था टेकदा है। संगत जी बार बार मत्था टेक रहा है, बार बार पातशाह दा शुकराना कर रहा है कि क्योंकि ओनू मंत्री ने दस्या हुंदा है कि सेवा भावना च कोई कमी नहीं रहनी चाहिए, नीवे होके रहना है, पातशाह दे हुक्म अनुसार सारे काम होने चाहिए। ते संगत जी उत्थे फिर सारे जाने उत्थे जदों पातशाह विश्राम करदे ने, हुण बाहर संगतां बहुत बैठियां ने जो पातशाह दे दर्शन करनिया चाहदियां ने। ते संगतां फिर पातशाह दे सिख कुछ मसंद उत्थे दे जाके बाहर संगतां नू कहंदे ने कि संगत जी पातशाह बड़े दूरों आए ने, पातशाह हुण आराम करनगे, तुसी बड़े वडभागी हो जो पातशाह दे तुसी दर्शन करोगे। जे तुसी पातशाह दे खुले दर्शन दीदारे करने ने, तुसी अपने नेत्र सफल करना चाहते हो ते तुहानू तुहाडे नेत्र कल नू सफल होणगे कि पातशाह अज आराम करनगे ते पातशाह कल सवेर नू दीवान सजेगा ते पातशाह सारियां नू दर्शन देणगे। ते सारियां संगतां उत्थे फिर संगत जी उत्थे ही नमस्कार करदियां, उत्थे ही मत्था टेकदियां है। हुण संगत जी बाहर भी मत्था टेकण दा ओना ही लाभ है जिस तरह असी जदों असी गुरु ग्रंथ साहिब जी दे अगे अगर मत्था टेकदे आ सानू ओदा लाभ हुंदा है। जे गुरुद्वारे दा द्वार बंद है असी बाहर मत्था टेक लैने आ, दर्शन सानू नहीं हुंदे, ओदा भी ओना ही लाभ है क्योंकि ये जिन्ना भी लाभ है, जिन्ना भी कुछ है संगत जी ये सब भावना उत्ते चलदा है। बिना भावना तो दर्शन करके भी वो लाभ नहीं मिलता, बिना भावना तो सारी संगत चली जाती है। हुण संगत जी अगला दिन चढ़ता है और जदों संगत जा रही है ना ते संगत आपस च गल्लां करदी है, कल असी पातशाह दे दर्शन दीदारे करन आवांगे ना ते असी पातशाह वास्ते ये भेटा लैके आवांगे। कोई कुछ कहता है नहीं मैं ते ये भेटा लैके आवांगा पातशाह वास्ते, कोई कुछ कह रहा है, कोई कुछ कह रहा है। ते सब कह रहे ने, कहंदे ने इन्हां दे वड्डे भरा भी आए सी पर उन्हां च ये गलबात नहीं है। ये पातशाह ते है ही अकाल पुरख दा रूप, बहुत सिफत सलाह बहुत सिफत करदे हुंदे ने। हुण संगत जी अगला दिन हुंदा है, अगला दिन हुंदा है दीवान भी सजना है। पातशाह
ਤਿਆਰ ਹੁੰਦੇ ਨੇ। ਉਧਰ ਰਾਜਾ ਵੀ ਆਪਣੇ ਮਹਿਲ ਦੇ ਵਿੱਚ ਤਿਆਰ ਹੁੰਦਾ ਹੈ। ਹੁਣ ਸੰਗਤ ਜੀ ਦੇਖੋ, ਰਾਜਾ ਗਿਆ ਪਾਤਸ਼ਾਹ ਨੂੰ ਸਤਿਕਾਰ ਕਰਨ, ਵੈਲਕਮ ਕਰਨ ਪਾਤਸ਼ਾਹ ਨੂੰ ਅੱਗੋਂ, ਜਦੋਂ ਉਹਨਾਂ ਨੇ ਆਣਾ ਸੀ ਲੈਣ, ਉਹਦੀ ਭਾਵਨਾ ਸੀ। ਪਰ ਰਾਣੀ ਹਾਲੀ ਤੱਕ ਪਾਤਸ਼ਾਹ ਦੇ ਦਰਸ਼ਨਾਂ ਵਾਸਤੇ ਨਹੀਂ ਆਈ, ਕਿਉਂਕਿ ਰਾਣੀ ਵੀ ਥੋੜੀ ਤਰਕਵਾਦੀ ਸੀ। ਰਾਣੀ ਵੀ ਰਾਣੀ ਚ ਵੀ ਹੰਕਾਰ ਸੀ ਕਿ ਮੈਂ ਰਾਣੀ ਹਾਂ ਤੇ ਮੈਂ ਜਲਦੀ ਕਿਸੇ ਦੇ ਅੱਗੇ ਨਮਸਕਾਰ ਨਹੀਂ ਕਰਨਾ। ਹੁਣ ਰਾਜਾ ਜੈ ਸਿੰਘ ਆਪਣੇ ਬੰਗਲੇ ਚ ਤਿਆਰ ਹੁੰਦਾ ਹੈ। ਹੁਣ ਰਾਜਾ ਜੈ ਸਿੰਘ ਵੀ ਦੁਵਿਧਾ ਚ ਹੈ। ਕਿਉਂ? ਕਿਉਂਕਿ ਉਹਦੇ ਕਹਿਣ ਤੇ ਪਾਤਸ਼ਾਹ ਤੇ ਆ ਗਏ, ਦਿੱਲੀ ਆ ਗਏ। ਪਰ ਉਹਨੂੰ ਔਰੰਗਜ਼ੇਬ ਨੇ ਕਿਹਾ ਸੀ ਕਿ ਤੇਰੀ ਡਿਊਟੀ ਹੈ, ਤੂੰ ਪਾਤਸ਼ਾਹ ਨੂੰ ਦਿੱਲੀ ਬੁਲਾਣਾ ਹੈ, ਗੁਰੂ ਸਾਹਿਬਾਨ ਨੂੰ ਦਿੱਲੀ ਬੁਲਾਣਾ ਹੈ। ਹੁਣ ਗੁਰੂ ਸਾਹਿਬਾਨ ਤੇ ਦਿੱਲੀ ਆ ਗਏ, ਪਰ ਹੁਣ ਜੈ ਸਿੰਘ ਨੇ ਔਰੰਗਜ਼ੇਬ ਨੂੰ ਦੱਸਣਾ ਹੈ। ਪਰ ਪਾਤਸ਼ਾਹ ਨੇ ਮਨਾ ਕੀਤਾ ਹੈ ਕਿ ਔਰੰਗਜ਼ੇਬ ਨੂੰ ਸਾਡੇ ਲਾਗੇ ਨਾ ਲਗਾਇਓ। ਹੁਣ ਜੈ ਸਿੰਘ ਸੋਚ ਚ ਪਿਆ ਹੈ ਕਿ ਜੇ ਮੈਂ ਔਰੰਗਜ਼ੇਬ ਨੂੰ ਨਹੀਂ ਦੱਸਦਾ ਤੇ ਔਰੰਗਜ਼ੇਬ ਦੀ ਨਾਰਾਜ਼ਗੀ ਮੈਨੂੰ ਸਹਿਣੀ ਪਏਗੀ। ਹੋ ਸਕਦਾ ਹੈ ਉਹ ਗੁੱਸੇ ਚ ਆ ਕੇ ਮੇਰਾ ਬੁਰਾ ਵੀ ਕਰ ਦੇ। ਔਰ ਜੇ ਮੈਂ ਨਹੀਂ ਦੱਸਦਾ, ਜੇ ਮੈਂ ਔਰੰਗਜ਼ੇਬ ਨੂੰ ਨਹੀਂ ਦੱਸਦਾ ਤੇ ਔਰੰਗਜ਼ੇਬ ਨੂੰ ਕਿਤੇ ਨਾ ਕਿਤੋਂ ਤੇ ਪਤਾ ਲੱਗ ਜਾਏਗਾ ਕਿ ਪਾਤਸ਼ਾਹ ਦਿੱਲੀ ਆ ਗਏ ਨੇ। ਔਰ ਅਗਰ ਕਿਸੇ ਦੇ ਕਹਿਣ ਤੇ ਉਹ ਅਗਰ ਸਿੱਧਾ ਪਾਤਸ਼ਾਹ ਦੇ ਸਾਹਮਣੇ ਪਹੁੰਚ ਗਿਆ ਤੇ ਪਾਤਸ਼ਾਹ ਤੇ ਇਹ ਤੇ ਫਿਰ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਤੇ ਆਏਗੀ, ਇਹ ਸਾਰਾ ਬਲੇਮ ਮੇਰੇ ਸਿਰ ਤੇ ਆਏਗਾ, ਕਿਉਂਕਿ ਪਾਤਸ਼ਾਹ ਨੇ ਮੈਨੂੰ ਪੱਕੀ ਕੀਤੀ ਹੈ ਕਿ ਔਰੰਗਜ਼ੇਬ ਸਾਡੇ ਮੱਥੇ ਨਾ ਲੱਗੇ। ਤੇ ਇਹ ਨਾ ਦੁਵਿਧਾ ਚ ਫਸ ਜਾਂਦਾ ਕਿ ਹੁਣ ਮੈਂ ਕੀ ਕਰਾਂ। ਫਿਰ ਆਪਣੇ ਆਪ ਨੂੰ ਮਨਾਉਂਦਾ ਹੈ ਕਿ ਚਾਹੇ ਕੁਝ ਜੋ ਮਰਜ਼ੀ ਹੋ ਜਾਏ, ਮੈਂ ਔਰੰਗਜ਼ੇਬ ਨੂੰ ਜਾ ਕੇ ਸੱਚ ਦੱਸ ਦੇਣਾ। ਫਿਰ ਆਪਣੇ ਮਨ ਚ ਨਿਸ਼ਚੈ ਕਰ ਲੈਂਦਾ ਹੈ ਕਿ ਮੈਂ ਔਰੰਗਜ਼ੇਬ ਨੂੰ ਸੱਚ ਦੱਸ ਦੇਣਾ ਹੈ, ਪਰ ਔਰੰਗਜ਼ੇਬ ਕੋਲ ਜਾਣ ਤੋਂ ਪਹਿਲਾਂ ਮੈਂ ਪਾਤਸ਼ਾਹ ਦੀ ਆਗਿਆ ਲੈ ਲਾਂ। ਸੰਗਤ ਜੀ ਤਿਆਰ ਹੋ ਕੇ ਜਾਂਦਾ ਹੈ ਪਾਤਸ਼ਾਹ ਦੇ ਕੋਲ। ਪਾਤਸ਼ਾਹ ਨੂੰ ਕਹਿੰਦਾ ਹੈ ਕਿ ਪਾਤਸ਼ਾਹ ਜੇ ਤੁਸੀਂ ਮੈਨੂੰ ਆਗਿਆ ਦਵੋ ਤੇ ਮੈਂ ਜਾ ਕੇ ਔਰੰਗਜ਼ੇਬ ਨੂੰ ਦੱਸ ਆਵਾਂ ਕਿ ਤੁਸੀਂ ਆ ਗਏ ਹੋ। ਕਿਉਂਕਿ ਜੇ ਮੈਂ ਨਹੀਂ ਦੱਸਦਾ ਤੇ ਮੇਰੀ ਜ਼ਿੰਮੇਵਾਰੀ ਤੇ ਹੋਏਗਾ। ਅਗਰ ਉਹ ਘੁੰਮਦਾ ਫਿਰਦਾ ਤੁਹਾਡੇ ਸਾਹਮਣੇ ਆ ਗਿਆ ਤੇ ਇਹਦੀ ਫਿਰ ਮੈਨੂੰ ਹਰਜ਼ਾਨਾ ਭਰਨਾ ਪਏਗਾ। ਤੇ ਪਾਤਸ਼ਾਹ ਤੁਸੀਂ ਹੁਕਮ ਕਰੋ, ਨਾਲੇ ਤੇ ਮੈਂ ਔਰੰਗਜ਼ੇਬ ਨੂੰ ਦੱਸ ਆਣਾ ਹੈ ਤੇ ਨਾਲੇ ਮੈਂ ਉਹਨੂੰ ਸਮਝਾ ਆਵਾਂਗਾ। ਤੇ ਪਾਤਸ਼ਾਹ ਕਹਿੰਦੇ ਠੀਕ ਹੈ ਤੁਸੀਂ ਜਾਓ, ਪਰ ਇੱਕ ਗੱਲ ਉਹਦੇ ਕੰਨਾਂ 'ਚ ਪੱਕੀ ਪਾ ਕੇ ਆਣਾ ਕਿ ਸਾਡੇ ਉਹ ਲਾਗੇ ਚਾਗੇ ਲੱਗੇ ਨਹੀਂ, ਅਸੀਂ ਉਹਨੂੰ ਦਰਸ਼ਨ ਨਹੀਂ ਦੇਣੇ। ਪਾਤਸ਼ਾਹ ਨੇ ਬੜੀ ਦ੍ਰਿੜਤਾ ਦੇ ਨਾਲ ਕਿਹਾ। ਕਹਿੰਦੇ ਉਹਨੂੰ ਕਿਉਂ ਕਿ ਸਾਡੇ ਲਾਗੇ ਆਏ ਵੀ ਨਾ। ਰਾਮ ਰਾਏ ਜੀ ਉਹਨਾਂ ਦੇ ਕੋਲ ਹੈਗੇ ਨੇ, ਬਾਬਾ ਰਾਮ ਰਾਏ ਜੀ ਉਹਨਾਂ ਕੋਲ ਹੈਗੇ ਨੇ, ਉਹ ਉਹਨਾਂ ਨਾਲ ਹੀ ਮਿਲਣ ਵਰਤਣ, ਸਾਡੇ ਨੇੜੇ ਨਾ ਆ। ਤੇ ਉਹ ਕਹਿੰਦੇ ਠੀਕ ਹੈ ਪਾਤਸ਼ਾਹ। ਤੇ ਆਗਿਆ ਲੈ ਕੇ ਪਾਤਸ਼ਾਹ ਦੀ ਉਹ ਪਹੁੰਚਦਾ ਹੈ ਜੈ ਸਿੰਘ ਔਰੰਗਜ਼ੇਬ ਦੇ ਕੋਲ। ਜਦੋਂ ਔਰੰਗਜ਼ੇਬ ਕੋਲ ਪਹੁੰਚਦਾ ਹੈ, ਔਰੰਗਜ਼ੇਬ ਆਪਣੀ ਭਰੀ ਸਭਾ 'ਚ ਬੈਠਾ ਹੁੰਦਾ ਹੈ। ਸਭਾ 'ਚ ਜਾ ਕੇ ਉਹਨੂੰ ਕਹਿੰਦਾ ਹੈ, ਔਰੰਗਜ਼ੇਬ ਨੂੰ ਕਹਿੰਦਾ ਹੈ ਕਿ ਬਾਦਸ਼ਾਹ ਮੈਂ ਆਪਣੀ ਜ਼ਿੰਮੇਵਾਰੀ ਪੂਰੀ ਕਰ ਦਿੱਤੀ ਹੈ, ਗੁਰੂ ਸਾਹਿਬਾਨ ਦਿੱਲੀ ਆ ਗਏ ਨੇ, ਪਰ ਗੁਰੂ ਸਾਹਿਬਾਨ ਨੇ ਇੱਕ ਹਿਦਾਇਤ ਦਿੱਤੀ ਹੈ ਔਰ ਇਹ ਪੱਕਾ ਕੀਤਾ ਹੈ ਕਿ ਉਹਨਾਂ ਦੇ ਗੁਰੂ ਸਾਹਿਬਾਨ ਦੇ ਮਨ 'ਚ ਹਾਲੀ ਕੋਈ ਵਿਚਾਰ ਨਹੀਂ ਹੈ ਕਿ ਉਹ ਤੁਹਾਨੂੰ ਦਰਸ਼ਨ ਦੇਣਗੇ। ਉਹਨਾਂ ਨੇ ਪੱਕਾ ਕੀਤਾ ਹੈ ਕਿ ਉਹ ਤੁਹਾਨੂੰ ਦਰਸ਼ਨ ਨਹੀਂ ਦੇਣਗੇ। ਪਰ ਸੰਗਤ ਜੀ ਉਹ ਗੁਰੂ ਸਾਹਿਬਾਨ ਦੀ ਆਗਿਆ ਲੈ ਕੇ ਆਇਆ ਤੇ ਉਹਦੇ 'ਚ ਹੌਸਲਾ ਵੀ ਆ ਗਿਆ ਹੈ। ਉਹ 'ਚ ਕਿਉਂਕਿ ਜਦੋਂ ਪਾਤਸ਼ਾਹ ਆਗਿਆ ਬਖਸ਼ਦੇ ਨੇ ਤੇ ਸਾਰਿਆਂ ਨੂੰ ਹੌਸਲਾ ਵੀ ਉਹਦੇ 'ਚ ਭਰ ਦਿੰਦੇ ਨੇ। ਜਿਹੜਾ ਮਨੁੱਖ ਵਾਹਿਗੁਰੂ ਦੀ ਸ਼ਰਨ ਲੈਂਦਾ ਹੈ, ਗੁਰੂ ਸਾਹਿਬਾਨ ਦੀ
आग्ञा लैंदा है ते वो फिर निरभौ भी हो जाता है, उन्होंने फिर किसी का डर नहीं रहिंदा। और वो ये भी कहता है जे तुसी मेरे नाल नाराज ना होवो तां मैं तुहानू ये गल दसां कि गुरु साहिबान तुहानू मिलना नहीं चाहते। संगत जी ये सुन के औरंगजेब नू गुस्सा नहीं चढ़दा, क्योंकि जेडे सियासी लोग हुंदे ने ना, ये भरी सभा दे विच अपना गुस्सा नहीं दिखांदे, ओ गुस्सा नहीं दिखांदा, ओ सोचदा है, कहंदा इक ते वड्डा भरा है राम राय, ओ ते मेरे कहन ते इन्नियां करामातां दिखा दित्तियां, इन्ना इन्ना कुछ कर लैंदा है, और उन्हां दा ये छोटा भरा है, इन्हां च इन्नी दृढ़ता है कि वो सानू दर्शन नहीं देना चाहते। किन्ना अंतर है दोनों भरावां दे विच, वो मन च ही सोचदा है। फिर कहंदा चलो ठीक है। और जय सिंह कहंदा पातशाह दिल्ली आ गए ने गुरु साहिब, हुण मेरी जिम्मेवारी खत्म हुंदी है, मैं अपनी जिम्मेवारी, मैं अपनी ड्यूटी पूरी की। और ये कह के वो चला जाता। संगत जी जिस तरह ही वो जाता है, औरंगजेब अपने एक ते अपना वजीर बुलांदा है और एक अपना उमराव बुलांदा है। उमराव जिहड़ा सलाहकार हुंदा, कानूनी सलाहकार, ओनू बुलांदा है। उन्हां दोनों नू कहंदा है कि तुसी ना थाल भरो मोहरां दा, एक मोहरां दा थाल तैयार करो और बहुत सारियां नाल भेटां लवो, और नाल तुसी 2 सेवक होर लवो और जाके गुरु साहिबान नू तुसी मत्था टेको और कहो कि असी बादशाह वल्लों तुहानू मत्था टेकन आए हां, बादशाह ने आप दे चरणां दे विच मत्था टेकिया है, और तुसी आग्ञा बख्शो और तुसी दसो कि तुसी कदों दर्शन दवोगे। संगत जी हठी बड़ा सी, औरंगजेब हट्टी बड़ा सी, कहंदा और पातशाह नू पुछियो कि तुसी सानू दर्शन कदों दोगे। कहंदा जी ठीक है, हुण ओ ते सेवक ने ना, उन्हां ने ते जाना ही है। ते जदों ये थाल मोहरां दे थाल बंदे लैके जदों जांदे ने ते जाके देखदे ने वड्डी कनात लगी है, क्योंकि पातशाह ने ते दीवान सजाया हुंदा है, बहुत वड्डी कनात लगी है, क्योंकि संगतां ने भी आना सी, सारियां संगतां दिल्ली दियां इकट्ठियां होईयां सी पातशाह दे दर्शनां वास्ते। ते बहुत वड्डा कट्ठ होया है। एक पासे पातशाह तखत ते विराजमान ने, पिछे चवर हो रहा है, एक पासे बाणी गायन हो रही है, खूब संगतां बाणी दा आनंद लै रहियां ने, पातशाह दे दर्शन दीदारे कर रहियां ने, खुले दर्शन पातशाह संगतां नू दे रहे ने। ते जदों ये दूत पहुंचदे ने औरंगजेब दे, ते टेंट दे बाहर ही रुकदे ने। एक सिख आंदा है पातशाह दे कोल, आके कहंदा है कान दे विच कि पातशाह औरंगजेब ने अपना दूत भेजा है आप जी दे कोल। ते पातशाह कहंदे ने, कहंदे औरंगजेब दी ते गल छड्डो, असी ते ओदे दूत नू भी दर्शन नहीं देने है। जदों सिख ये सुनदे ने ना, ते फिर पातशाह 1 मिनट वास्ते रुकदे ने, फिर कहंदे ने कि वो सोचदे ने कि दूतां दी ते ड्यूटी है, दूतां ने ते वही करना जो औरंगजेब ने क्या है, और दूत नम्र होके आए ने, और दूतां दा की कसूर। ते फिर पातशाह कहंदे ने, कहंदे ठीक है, तुसी ना साडे अगे एक कनात लगा दो, साडे अगे एक कनात लगा दो, और दूत आए साडे नाल गल करे, पर असीं उहनूं दर्शन नहीं दवांगे। संगत जी गल भी हो जाएगी और पातशाह दर्शन भी नहीं देणगे, ये दोनों गल्लां रह जाणगियां। पातशाह दा ते हुक्म उसे टाइम सिर मत्थे ते हुंदा है सब दे। उत्थे ही संगत जी 1 मिनट च कनात लग गई। जदों और पातशाह ने कहा कि जाओ दूत नूं अंदर लै आओ। एक सिख गया ते दूत नूं कहा कि तुसी हुण अंदर आ सकदे हो। जो जिस तरह ही दूत पंडाल च वड़िया, दूत ने देखा कि इन्नी वड्डा कट्ठ और कोई हिल भी नहीं रहा है, सारे एक टिक होके बाणी सरवण कर रहे ने, पातशाह दे दर्शन दीदारे कर रहे ने,
ਉੱਥੇ ਸੰਗਤ ਆਈ ਜਾ ਰਹੀ ਹੈ, ਉਪਹਾਰ ਦਈ ਜਾ ਰਹੀ ਹੈ, ਮੱਥਾ ਟੇਕੀ ਜਾ ਰਹੀ ਹੈ ਔਰ ਬੈਠੀ ਜਾ ਰਹੀ ਹੈ ਕਿ ਕੋਈ ਉੱਥੋਂ ਟਸ ਤੋਂ ਮਸ ਨਹੀਂ ਹੋ ਰਿਹਾ। ਬੜੇ ਹੈਰਾਨ। ਪਰ ਦੂਤ ਆ ਕੇ ਦੂਰੋਂ ਹੀ ਇੱਕ ਪਾਸੋਂ ਦੀ ਮੱਥਾ ਟੇਕ ਕੇ ਤੇ ਕਨਾਤ ਦੇ ਦੂਸਰੇ ਪਾਸੇ ਬੈਠ ਜਾਂਦੇ ਨੇ, ਹੱਥ ਜੋੜ ਕੇ ਬੈਠ ਜਾਂਦੇ ਨੇ। ਔਰ ਮੋਹਰਾਂ ਦਾ ਥਾਲ ਇੱਕ ਸਿੱਖ ਨੂੰ ਦਿੰਦੇ ਨੇ ਔਰ ਸਿੱਖ ਕਨਾਤ ਦੇ ਇੱਕ ਪਾਸੋਂ ਦੀ ਜਾ ਕੇ ਪਾਤਸ਼ਾਹ ਦੇ ਅੱਗੇ ਰੱਖਦਾ। ਨਾਲੇ ਤੇ ਉਹ ਦੂਤ ਮੋਹਰਾਂ ਦਾ ਥਾਲ ਪਾਤਸ਼ਾਹ ਵੱਲ ਅੱਗੇ ਭੇਜਦੇ ਨੇ ਤੇ ਨਾਲੇ ਕਹਿੰਦੇ ਨੇ ਪਾਤਸ਼ਾਹ ਇਹ ਔਰੰਗਜ਼ੇਬ ਨੇ ਆਪ ਜੀ ਦੇ ਵਾਸਤੇ ਮਾਇਆ ਭੇਜੀ ਹੈ ਔਰ ਉਹਨੇ ਬੇਨਤੀ ਕੀਤੀ ਹੈ ਕਿ ਆਪ ਜੀ ਕਿਰਪਾ ਕਰਕੇ ਤਾਰੀਖ ਦੱਸੋ ਕਿ ਕਿਸ ਤਾਰੀਖ ਨੂੰ ਆਪ ਜੀ ਦਰਸ਼ਨ ਦਵੋਗੇ। ਤੇ ਪਾਤਸ਼ਾਹ ਕਹਿੰਦੇ ਨੇ, ਪਾਤਸ਼ਾਹ ਜਦੋਂ ਉਹਨਾਂ ਨੇ ਕਿਹਾ ਨਾ, ਜਦੋਂ ਦੂਤ ਨੇ ਕਿਹਾ ਕਿ ਆਪ ਜੀ ਦੇ ਵਾਸਤੇ ਮਾਇਆ ਭੇਜੀ ਹੈ, ਸੰਗਤ ਜੀ ਪਾਤਸ਼ਾਹ ਨੇ ਤੇ ਉਹਦੇ ਥਾਲ ਵੱਲ ਦ੍ਰਿਸ਼ਟੀ ਵੀ ਨਹੀਂ ਪਾਈ। ਪਾਤਸ਼ਾਹ ਨੇ ਦੇਖਿਆ ਵੀ ਨਹੀਂ ਕਿ ਕੀ ਭੇਟਾਂ ਆਈਆਂ ਨੇ ਕੀ ਨਹੀਂ। ਕਿਉਂ? ਕਿਉਂਕਿ ਸੰਗਤ ਜੀ ਗੁਰੂ ਨੂੰ ਭਾਵਨਾ ਵਾਲੀ ਅੱਧੀ ਕੌਡੀ ਵੀ ਮਨਜ਼ੂਰ ਹੁੰਦੀ ਹੈ। ਬਿਨਾਂ ਭਾਵਨਾ ਦੀ ਪਾਤਸ਼ਾਹ ਨੂੰ ਜਿੰਨੀ ਮਰਜ਼ੀ ਮੋਹਰਾਂ ਦਿੱਤੀਆਂ ਜਾਣ ਉਹ ਪਾਤਸ਼ਾਹ ਕਬੂਲ ਨਹੀਂ ਕਰਦੇ। ਤੇ ਇਹ ਸੰਗਤ ਜੀ ਸਮੇਂ ਹੋ ਗਿਆ ਪਰ ਇਹ ਸਾਖੀ ਕੰਪਲੀਟ ਥੋੜੀ ਜੀ ਰਹਿ ਗਈ। ਤੇ ਜਦੋਂ ਪਾਤਸ਼ਾਹ ਇਹ ਦੂਤ ਬੈਠਾ ਹੁੰਦਾ ਹੈ, ਦੂਤ ਫਿਰ ਬੇਨਤੀ ਕਰਦਾ ਹੈ, ਕਹਿੰਦਾ ਹੈ ਕਿ ਸਾਡੇ ਰਾਜਾ ਨੇ, ਸਾਡੇ ਬਾਦਸ਼ਾਹ ਨੇ ਬੇਨਤੀ ਕੀਤੀ ਹੈ। ਔਰ ਸੰਗਤ ਜੀ ਬੇਨਤੀ ਦੇ ਵਿੱਚ ਉਹਦਾ ਹੁਕਮ ਹੁੰਦਾ ਹੈ, ਔਰੰਗਜ਼ੇਬ ਦਾ ਹੁਕਮ ਹੁੰਦਾ ਹੈ। ਇਹ ਪਾਤਸ਼ਾਹ ਤੇ ਜਾਣੀ ਜਾਣ ਹੁੰਦੇ ਨੇ। ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਜਾ ਕੇ ਆਪਣੇ ਔਰੰਗਜ਼ੇਬ ਨੂੰ ਦੱਸ ਦੋ ਉਹਦਾ ਹੁਕਮ ਸਾਡੇ ਤੇ ਨਹੀਂ ਚੱਲ ਸਕਦਾ। ਉਹਦੇ ਕੋਲ ਬਾਬਾ ਰਾਮ ਰਾਏ ਜੀ ਹੈਗੇ ਨੇ, ਉਹਨਾਂ ਨੇ ਜਿੰਨੀਆਂ ਕਰਾਮਾਤਾਂ ਦੇਖਣੀਆਂ ਨੇ ਉਹ ਤੇ ਬਾਬਾ ਰਾਮ ਰਾਏ ਜੀ ਦਿਖਾਈ ਰਹੇ ਨੇ। ਔਰੰਗਜ਼ੇਬ ਨੂੰ ਕਹੋ ਉਹ ਬਾਬਾ ਰਾਮ ਰਾਏ ਜੀ ਦੇ ਨਾਲ ਵਰਤਣ, ਮਿਲਣ ਵਰਤਣ, ਸਾਡੇ ਉਹ ਨੇੜੇ ਵੀ ਨਾ ਆਣ। ਉਹ ਕਹਿੰਦੇ ਨੇ, ਕਹਿੰਦੇ ਸਾਡੇ ਪਿਤਾ ਜੀ ਨੇ ਸਰੀਰ ਤਿਆਗ ਦਿੱਤਾ ਸੀ ਪਰ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦਿੱਤੇ ਸੀ। ਅਸੀਂ ਵੀ ਉਹੀ ਪਿਤਾ ਦਾ ਪ੍ਰਣ ਪੂਰਾ ਕਰਨਾ ਹੈ। ਔਰ ਸਾਡੇ ਪਿਤਾ ਜੀ ਨੇ ਸੰਗਤ ਜੀ ਬਾਬਾ ਰਾਮ ਰਾਏ ਜੀ ਨੂੰ ਵੀ ਕਹਿ ਦਿੱਤਾ ਸੀ ਕਿ ਤੁਸੀਂ ਸਾਡੇ ਮੱਥੇ ਨਾਲ ਲੱਗਿਓ। ਔਰ ਪਾਤਸ਼ਾਹ ਬੜੀ ਦ੍ਰਿੜਤਾ ਨਾਲ ਕਹਿੰਦੇ ਨੇ ਉਹਨਾਂ ਨੂੰ ਜਾ ਕੇ ਕਹੋ ਕਿ ਬਾਬਾ ਰਾਮ ਰਾਏ ਜੀ ਔਰ ਔਰੰਗਜ਼ੇਬ ਇਹ ਆਪਸ ਚ ਮਿਲਣ ਵਰਤਣ, ਇਹ ਉਹਨਾਂ ਕੋਲ ਕਰਾਮਾਤਾਂ ਦਿਖਾ ਸਕਦੇ ਨੇ। ਅਸੀਂ ਸਾਡੇ ਕੋਲੋਂ ਉਹ ਕੋਈ ਉਮੀਦ ਨਾ ਰੱਖਣ, ਅਸੀਂ ਉਹਨਾਂ ਨੂੰ ਦਰਸ਼ਨ ਦੇਣੇ ਹੀ ਨਹੀਂ। ਤੇ ਜਦੋਂ ਸੰਗਤ ਜੀ ਇਹ ਸੁਣ ਕੇ ਨਾ ਉਹ ਹੈਰਾਨ ਹੋ ਜਾਂਦਾ ਹੈ। ਦੂਤ ਉਹ ਮਨ ਚ ਸੋਚਦਾ ਹੈ ਕਿ ਇੰਨਾ ਵੱਡਾ ਬਾਦਸ਼ਾਹ, ਲੋਕੀ ਤੇ ਤਰਸਦੇ ਨੇ। ਹੁਣ ਸੰਗਤ ਜੀ ਸਾਡੇ ਤੇ ਗੁਰੂ ਨੇ ਨਾ, ਜੋ ਸਾਡੀ ਭਾਵਨਾ ਹੈ ਇਹ ਦੂਤ ਦੀ ਭਾਵਨਾ ਨਹੀਂ ਹੋ ਸਕਦੀ, ਉਹ ਵੀ ਔਰੰਗਜ਼ੇਬ ਦੇ ਦੂਤ ਦੀ ਭਾਵਨਾ ਕਦੀ ਨਹੀਂ ਹੋ ਸਕਦੀ। ਉਹ ਦੂਤ ਸੋਚਦਾ ਹੈ ਕਿ ਸਾਡੇ ਬਾਦਸ਼ਾਹ ਨੂੰ ਤੇ ਲੋਕੀ ਤਰਸਦੇ ਨੇ ਕਿ ਉਹਦੇ ਦਰਸ਼ਨ ਹੋ ਜਾਣ। ਔਰ ਔਰੰਗਜ਼ੇਬ ਇਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਔਰ ਇਹ ਕਹਿੰਦੇ ਨੇ ਇਹਨਾਂ ਨੇ ਤੇ ਸਾਡੇ ਬਾਦਸ਼ਾਹ ਦੀ ਬੇਇੱਜ਼ਤੀ ਕਰਤੀ, ਇਹਨਾਂ ਨੇ ਤੇ ਬੇਇੱਜ਼ਤੀ ਕਰ ਦਿੱਤੀ ਕਿ ਅਸੀਂ ਤੇ ਉਹਨੂੰ ਮੱਥੇ ਵੀ ਨਹੀਂ ਲਗਾਉਣਾ। ਉਹਨੂੰ ਕਹੋ ਸਾਡੇ ਲਾਗੇ ਚਾਗੇ ਵੀ ਨਾ ਹੋਏ, ਅਸੀਂ ਵੀ ਦਿੱਲੀ ਚ ਆ, ਉਹ ਵੀ ਦਿੱਲੀ ਚ ਹੈ, ਪਰ ਸਾਡਾ ਮੇਲ ਕਦੀ ਨਹੀਂ ਹੋਣਾ। ਉਹਨੂੰ ਜਾ ਕੇ ਤੁਸੀਂ ਇਹ ਪੱਕਾ ਕਰ ਦਿਓ। ਤੇ ਸੰਗਤ ਜੀ ਇੰਨੀ ਦ੍ਰਿੜਤਾ ਦੇਖ ਕੇ ਸਾਰੇ ਹੈਰਾਨ ਹੋ ਜਾਂਦੇ ਨੇ। ਸੰਗਤ ਜੀ ਇਹਦੇ ਚ ਸੂਰਜ ਪ੍ਰਕਾਸ਼ ਚ ਆਇਆ ਹੈ ਲਾਈਨ ਸੀਗੀ ਪਰ ਮੈਂ ਉਹ ਲਿਖੀ ਨਹੀਂ। ਉਹਦੇ ਚ ਲਿਖਿਆ ਸੀ ਕਿ ਉਹ ਜਿਹੜਾ ਦੂਤ ਹੁੰਦਾ ਹੈ ਨਾ, ਦੂਤ ਮਨ ਚ ਸੋਚਦਾ ਹੈ ਕਿ ਜਿਹੜੇ ਬਾਦਸ਼ਾਹ ਵਗੈਰਾ ਹੁੰਦੇ ਨੇ ਨਾ, ਇਹਨਾਂ ਦੇ ਜਿਹੜੇ ਕੁੱਕਰ ਹੁੰਦੇ ਨੇ ਨਾ, ਲੋਕੀ ਉਹਨਾਂ ਨੂੰ ਵੀ ਤਰਸਦੇ ਨੇ ਦੇਖਣ ਨੂੰ। ਪਰ ਪਾਤਸ਼ਾਹ ਤੇ ਰਾਜਾ ਨੂੰ ਹੀ ਦਰਸ਼ਨ ਨਹੀਂ ਦੇਣਾ ਚਾਹੁੰਦੇ। ਹਾਲਾਂਕਿ ਰਾਜਾ ਬੇਨਤੀਆਂ ਕਰੀ ਜਾ ਰਿਹਾ ਕਿ ਤੁਸੀਂ ਮੈਨੂੰ ਦਰਸ਼ਨ ਦਵੋ, ਦਰਸ਼ਨ ਦਵੋ।
ਤੇ ਪਾਤਸ਼ਾਹ ਨੇ ਐਨੀ ਵੱਡੀ ਬੇਇੱਜ਼ਤੀ ਕਰਤੀ ਸਾਡੇ ਇੰਨੇ ਵੱਡੇ ਰਾਜਾ ਦੀ। ਪਰ ਸੰਗਤ ਜੀ, ਪਾਤਸ਼ਾਹ ਨੂੰ, ਗੁਰੂ ਸਾਹਿਬਾਨ ਨੂੰ ਕਿਹਦਾ ਡਰ? ਕਦੀ ਰੱਬ ਵੀ ਕਿਸੇ ਤੋਂ ਡਰਦਾ ਹੈ? ਕਦੀ ਰੱਬ ਨਾ ਕਿਸੇ ਕੋ ਡਰਦਾ ਹੈ ਤੇ ਨਾ ਕਿਸੇ ਨੂੰ ਡਰਾਉਂਦਾ ਹੈ। ਉਹ ਤੇ ਭਾਵਨਾ ਦੇਖਦਾ ਹੈ। ਸੰਗਤ ਜੀ, ਅੱਜ ਸਮੇਂ ਬਹੁਤ ਹੋ ਗਿਆ ਤੇ ਸ਼ਬਦ ਤੇ ਵੈਸੇ ਤਿੰਨ ਪੰਕਤੀਆਂ ਦਾ ਹੈ, ਛੋਟਾ ਜਿਹਾ ਸ਼ਬਦ ਹੈ। ਇਸ ਤੋਂ ਅੱਗੇ ਸਾਖੀ ਕਿ ਦੂਤ ਜਾ ਕੇ ਫਿਰ ਰਾਜਾ ਨੂੰ ਕੀ ਜਵਾਬ ਦਿੰਦਾ ਹੈ ਤੇ ਫਿਰ ਅੱਗੇ ਰਾਜਾ ਔਰ ਜੈ ਸਿੰਘ ਫਿਰ ਪਾਤਸ਼ਾਹ ਨੂੰ ਆਪਣੇ ਮਹਿਲ 'ਚ ਕਿਸ ਤਰ੍ਹਾਂ ਲੈ ਕੇ ਜਾਂਦਾ ਹੈ, ਇਹ ਫਿਰ ਸੰਗਤ ਜੀ ਅਸੀਂ ਸਾਖੀ ਅਗਲੇ ਸੈਟਰਡੇ ਕਰਾਂਗੇ। ਐਨੀ ਜੀ ਸੇਵਾ ਪ੍ਰਵਾਨ ਕਰਨਾ ਸੰਗਤ ਜੀ। ਔਰ ਇੱਕ ਸੰਗਤ ਜੀ, ਇੱਕ ਕੁੱਕਰ ਦੀ ਵੀ ਸਾਖੀ ਹੈ ਜੋ ਕਿ 10ਵੇਂ ਗੁਰੂ ਸਾਹਿਬਾਨ ਦੇ ਸਮੇਂ ਦੀ ਸਾਖੀ ਸੀ। ਉਹ ਵੀ ਅਸੀਂ ਅਗਲੇ ਸ਼ਨੀਵਾਰ ਨੂੰ ਕੋਸ਼ਿਸ਼ ਕਰਾਂਗੇ, ਅਗਲੇ ਸ਼ਨੀਵਾਰ ਨੂੰ ਅਸੀਂ ਇਹਦੇ ਵਿੱਚ ਹੀ ਕਰ ਸਕੀਏ। ਤੇ ਸੰਗਤ ਜੀ, ਬਹੁਤ ਗਲਤੀਆਂ ਹੋ ਜਾਂਦੀਆਂ ਨੇ ਤੇ क्षमा ਕਰ ਦੇਣਾ। आओ ਹੁਣ ਅਸੀਂ ਮਿਲ ਕੇ ਇਹ ਸ਼ਬਦ ਪੜ੍ਹੀਏ। ਸ਼ਬਦ ਛੋਟਾ ਜਿਹਾ ਹੀ ਹੈ। गुर सुंदर मोहन पाए करे, हर प्रेम बाणी मन मारिया। गुर सुंदर मोहन पाए करे, हर प्रेम बाणी मन मारिया। हर प्रेम बाणी मन मारिया। मेरा हृदय सुध बुध बिसर गई, मेरे हृदय सुध बुध बिसर गई। मन आशा चिंत विसारिया, मन आशा चिंत विसारिया। हर प्रेम बाणी मन मारिया। मन आशा चिंत विसारिया। हर प्रेम बाणी मन मारिया। गुर सुंदर मोहन पाइप करे, हर प्रेम बाणी मन मारिया। मैं अंतर वेदन प्रेम की, मैं अंतर वेदन प्रेम की। गुर देखत मन साधारिया। हर बाणी हर प्रेम बाणी मन मारिया। गुर देखत मन साधारिया। हर प्रेम बाणी मन मारिया। गुर सुंदर मोहन पाए करे, हर
प्रेम बाणी मन मारिया। बड़ पागी प्रभ आए मिल, बड़ पागी प्रभ आए मिल, जन नानक खिन खिन वारिया। जन नानक खिन खिन वारिया। हर प्रेम बाणी मन मारिया। हर प्रेम बाणी मन मारिया। गुर सुंदर मोहन पाए करे। हर प्रेम बाणी मन मारिया। हर प्रेम बाणी मन मारिया। गुर सुंदर मोहन पाए करे। हर प्रेम बाणी मन मारिया। हर प्रेम बाणी मन मारिया। हर प्रेम बाणी मन मारिया। वाहिगुरु वाहिगुरु जी का खालसा, वाहिगुरु जी की फतेह। संगत जी क्षमा कर देना, बहुत गलतियां हो जाएंगी। बहुत बहुत धन्यवाद जी, बहुत बहुत।